सत श्री अकाल जी, गुड मॉर्निंग संगत देख रहे सारे दर्शकों का बहुत बहुत स्वागत है। अज मैं है रूही ग्रोवर ते अज दिन है वीरवार 9 दिसंबर 2021 ते देसी मगर महीने की मिति है 24 ते प्रोग्राम नूं असीं अगे वधावांगे। उस तो पहला तुहानूं अज असीं जिहड़े प्रमुख मुद्दे ने वो असीं तुहानूं दस दिंदे हां। पहला मुद्दा तो यह कि किसान अंदोलन ते अज फैसला होवेगा, ये दस्सिया जा रहा है। ते जिवें कि कल SKM ते सरकार दे विच जो है सहमति बन गई सी ते कहा जा रहा सी कि अज यानी वीरवार नूं अज एक मीटिंग होएगी सिंघू बॉर्डर ते, तो कहा जा रहा सी कि वो आखिरी मीटिंग भी हो सकती है। ਇਹ ਮੁੱਦਾ ਅਸੀਂ ਚੱਕਾਂਗੇ। ਇੱਕ ਮੁੱਦਾ ਆਇਆ ਕਿ ਸੁਖਬੀਰ ਬਾਦਲ ਨੇ ਸੁੱਚਾ ਸਿੰਘ ਛੋਟਪੁਰ ਨੂੰ ਵਿਧਾਨ ਸਭਾ ਚੋਣਾਂ 2022 ਵਿੱਚ ਬਟਾਲਾ ਤੋਂ ਉਮੀਦਵਾਰ ਐਲਾਨ ਦਿੱਤਾ। ਇੱਕ ਆਹ ਮੁੱਦੇ ਤੇ ਅਸੀਂ ਵਿਚਾਰ ਚਰਚਾ ਕਰਾਂਗੇ ਤੇ ਇੱਕ ਆਹ ਮੁੱਦਾ ਕਿ ਮੁੱਖ ਮੰਤਰੀ ਨੇ ਕਿਹਾ ਹੈ ਕਿ ਜੋ ਤਲਵੰਡੀ ਸਾਬੋ ਹੈ ਉਹਨੂੰ ਵਿਰਾਸਤੀ ਮਾਰਗ ਬਣਾਇਆ ਜਾਵੇ। ਤੇ ਇੱਕ ਆਹ ਮੁੱਦਾ ਹੈ ਕਿ ਹਾਈ ਕੋਰਟ ਵਿੱਚ ਅੱਜ STF ਦੀ ਜੋ ਰਿਪੋਰਟ ਹੈ, ਸੀਲਬੰਦ ਰਿਪੋਰਟ ਹੈ, ਉਹ ਖੁੱਲ ਸਕਦੀ ਹੈ। ਤੇ ਅਸੀਂ ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਹਾਈ ਕੋਰਟ ਤੋਂ ਇਸ ਉੱਤੇ ਪੰਜਾਬ ਸਰਕਾਰ ਨੂੰ ਫਟਕਾਰ ਪੈ ਚੁੱਕੀ ਹੈ ਤੇ ਹੁਣ ਹੋ ਸਕਦਾ ਕਿ ਫਾਈਨਲੀ ਅੱਜ ਜਿਹੜੀ ਇਹ ਸੀਲਬੰਦ ਰਿਪੋਰਟ ਹੈ ਖੁੱਲ ਜਾਵੇ। ਤੇ ਇੱਕ ਆ ਕਿ ਰਾਜਨਾਥ ਸਿੰਘ ਨੇ ਕਿਹਾ ਕਿ ਜੋ ਜਿੰਨੇ ਵੀ ਹਾਦਸਾਗ੍ਰਸਤ ਨੇ ਉਹਨਾਂ ਨੂੰ ਬਚਾਉਣ ਦੀ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਜੋ ਮ੍ਰਿਤਕ ਦੇਹਾਂ ਨੇ ਉਹਨਾਂ ਨੂੰ ਸ਼ਾਮ ਤੱਕ ਦਿੱਲੀ ਵਿੱਚ ਲਿਆ ਜਾਇਆ ਕਰੇਗਾ। ਤੇ ਇਹਨਾਂ ਮੁੱਦਿਆਂ ਤੇ ਅੱਜ ਅਸੀਂ ਵਿਚਾਰ ਕਰਾਂਗੇ ਤੇ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਸਾਡੇ ਸੀਨੀਅਰ ਪੱਤਰਕਾਰ ਬਲਵਿੰਦਰ ਸਿੰਘ ਜੰਮੂ ਜੀ। ਜੰਮੂ ਜੀ, ਤੁਹਾਡਾ ਪ੍ਰੋਗਰਾਮ ਵਿੱਚ ਸਵਾਗਤ ਹੈ। शुक्रिया जी। जी, तो जिहड़ा पहला मुद्दा असीं प्रोग्राम में लैन जा रहे हो वो किसान अंदोलन का। जिवें कि असीं जानते हैं कि कल सरकार ते SKM दे विच सहमति बन गई है। काफ़ी खुशी देखी जा रही सी किसानों दे विच, सारे लोगों दे विच इवन। तो कहा जा रहा सी कि कल नूं जिहड़ी हैगी आखिरी मीटिंग हो सकती है, यानी कि अज जो है आखिरी मीटिंग हो सकती है दोवां दे विच सिंघू बॉर्डर ते। देखो, मेरे ख्याल 1 साल अज 14 दिन हो गए जी किसान अंदोलन चलदे आ जी। कुछ गल्लां ते मतभेद सीगे जिहड़े कल जदों दुबारा ड्राफ्ट आया उहदे ते चर्चा होई ते किसान सरकार दे उस ड्राफ्ट नाल सहमत हो गए। सहमति बन गई। अज 12 बजे तक नवां ड्राफ्ट जिहड़ा ऑफिशियल चिट्ठी आउणी सीगी जिन्हों किसानां ने प्रवान करके अपनी 12 बजे उन्हां दी मीटिंग शुरू होनी सीगी, ਜਿਹਦੇ ਵਿੱਚ ਪ੍ਰਵਾਨ ਕਰਕੇ ਤੇ ਆਪਣੀ ਜਿੱਤ ਦੇ ਖੁਸ਼ੀ ਦੇ ਵਿੱਚ ਕਿਸਾਨ ਕੱਲ ਨੂੰ ਜਿਹੜੇ ਆ ਉਹ ਬਾਰਡਰ ਤੋਂ ਜਿਹੜੇ ਚੱਲ ਪੈਣਗੇ ਜੀ। ਉਹ ਫਤਿਹ ਮਾਰਚ ਦੇ ਰੂਪ ਦੇ ਵਿੱਚ ਆਉਣਗੇ। ਜਿਹੜਾ ਬਹੁਤ ਸਾਰਾ ਸਮਾਨ ਉੱਥੇ ਇਕੱਠਾ ਕੀਤਾ ਹੋਇਆ ਜੀ ਉਹ ਉਹਨਾਂ ਨੇ ਲੋਕਾਂ ਨੂੰ ਵੰਡਣਾ ਸ਼ੁਰੂ ਕਰ ਦਿੱਤਾ, ਵੰਡਦੇ ਆਉਣਗੇ। ਇਹ ਕਿਸਾਨਾਂ ਦੀ ਇੱਕ ਇਤਿਹਾਸਕ ਜਿੱਤ ਹੈ। ਜੋ ਕਿਸਾਨਾਂ ਨੇ ਕਿਹਾ ਉਹਦੇ ਵਿੱਚ मेरा ख्याल 97-98% ਜਿਹੜਾ ਪੂਰਾ ਹੋ ਗਿਆ ਜੀ। ਪਹਿਲਾਂ ਤਾਂ ਤਿੰਨੇ ਖੇਤੀ ਕਾਨੂੰਨਾਂ ਦਾ ਸਭ ਤੋਂ ਵੱਡਾ ਜਿਹੜਾ ਪ੍ਰੈਸਟੀਜ ਮਾਮਲਾ ਸੀਗਾ ਉਹਦੇ ਤੇ ਉਹਨਾਂ ਨੂੰ ਮੋਦੀ ਸਰਕਾਰ ਨੂੰ ਝੁਕਾਇਆ। ਪੂਰੀ ਦੁਨੀਆ ਨੇ ਦੇਖਿਆ। 19 ਨਵੰਬਰ ਨੂੰ ਪ੍ਰਧਾਨ ਮੰਤਰੀ ਨੇ ਇੱਕ ਤਰਫਾ ਐਲਾਨ ਕੀਤਾ ਵੀ ਤਿੰਨੇ ਖੇਤੀ ਕਾਨੂੰਨ ਵਾਪਸ ਲਵਾਂਗੇ ਜੀ। ਇਹ ਹੁਣ ਤਿੰਨੇ ਖੇਤੀ ਕਾਨੂੰਨ ਇਤਿਹਾਸ ਦਾ ਹਿੱਸਾ ਬਣ ਗਏ ਨੇ ਜੀ, ਵੀ ਇਹ ਖਤਮ ਹੋ ਗਏ ਨੇ ਜੀ। उस तो बाद 6 गल्लां सीगियां ਜਿਹੜੀਆਂ किसानां ने प्रधानमंत्री ਨੂੰ ਇੱਕ ਚਿੱਠੀ ਲਿਖੀ, ਉਹਦੇ ਚ ਉਹਨਾਂ ਦਾ ਵੇਰਵਾ ਦਿੱਤਾ। ਉਹਦੇ ਸਭ ਤੋਂ ਵੱਡੀ ਗੱਲ ਜਿਹੜੀ ਹੈ MSP ਤੇ ਕਮੇਟੀ ਬਣਾਉਣ। ਨੰਬਰ 1 ਜਿਹਨੇ ਰੈਸਟ ਜਾਂ ਕਿਸਾਨਾਂ ਦੇ ਖਿਲਾਫ ਕੇਸ ਬਣਾਏ ਉਹ ਵਾਪਸ ਲੈਣ। ਇਹ ਦੂਜਾ ਸੀਗਾ ਬਿਜਲੀ ਬਿੱਲ, ਪਰਾਲੀ ਦਾ ਬਿੱਲ, ਉਹਦੇ ਵਿੱਚ ਸਜ਼ਾ ਦੀ ਪ੍ਰੋਵੀਜ਼ਨ ਖਤਮ ਕਰਨ ਸਮੇਤ ਕੁਝ ਹੋਰ ਮਾਮਲੇ ਸੀਗੇ। ਉਹਦੇ ਵਿੱਚ ਲਖੀਮਪੁਰ ਖੀਰੀ ਵੀ ਸੀਗਾ। ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਨੂੰ ਸਸਪੈਂਡ ਕਰਨ ਜੀ। ਤੇ ਜਦੋਂ ਮੀਟਿੰਗ ਚੱਲ ਰਹੀ ਰਹੀ ਸੀਗੀ ਪਿਛਲੀ ਤੋਂ ਪਿਛਲੀ ਮੀਟਿੰਗ, ਉਹਦੇ ਵਿੱਚ 4 ਦਸੰਬਰ ਦੀ ਮੀਟਿੰਗ ਮੈਂ ਦੱਸਦਾ, उस मीटिंग दे विच हरियाणा सरकार ने ते यूपी सरकार ने कहा भी असीं पंजाब पैटर्न दे उपर मुआवजा देण लई तैयार हां जी। ते एक सीगा इहदे विच इन्हां ने लिंक करता भी पहलां किसान अंदोलन खत्म करन फिर जिहड़े केस आ वापस ले जाणगे। किसानां ने उल्टा नहीं करना। तुसीं केसां दा मामला अंदोलन नाल जोड़ना नहीं, तुसीं केस वापस लैण दा ऐलान करो, अंदोलन असीं खत्म कर देंगे। ਹੁਣ ਸਹਿਮਤੀ ਬਣ ਗਈ ਹੈ। ਕੱਲ ਜੋ ਮੀਟਿੰਗਾਂ ਹੋਈਆਂ, ਪੰਜਾਬ ਦੀ ਵੱਖਰੀ ਮੀਟਿੰਗ ਹੋਈ ਸੀ, ਹਰਿਆਣੇ ਦੀ ਵੱਖਰੀ ਮੀਟਿੰਗ ਹੋਈ ਤੇ ਉਸ ਤੋਂ ਬਾਅਦ ਸੰਯੁਕਤ ਮੋਰਚੇ ਦੀ ਮੀਟਿੰਗ ਹੋਈ, ਸਹਿਮਤੀ ਬਣ ਗਈ ਹੈ। ਅੱਜ ਤਾਂ ਉਹ ਚਿੱਠੀ ਆਉਣੀ ਹੈ ਤੇ ਉਹਦੇ ਤੇ ਮੋਹਰ ਲਾ ਕੇ ਐਲਾਨ ਕਰਨਾ ਬਾਕੀ ਹੈ। ਹਾਂਜੀ, ਐਲਾਨ ਅੱਜ ਹੋ ਜਾਏਗਾ ਤੇ ਕੱਲ ਨੂੰ ਜਿਹੜੇ ਕਿਸਾਨ ਹੈ
ਪੰਜਾਬ ਦੇ ਪੰਜਾਬ ਨੂੰ ਆ ਜਾਣਗੇ, ਹਰਿਆਣੇ ਦੇ ਹਰਿਆਣੇ 'ਚ ਰਹਿ ਜਾਣਗੇ, ਉੱਤਰਾਖੰਡ ਦੇ ਉਧਰ ਨੂੰ ਚਲ ਜਾਣਗੇ, ਯੂਪੀ ਦੇ ਵੀ ਉਧਰ ਨੂੰ ਆਪਣੇ, ਤੇ ਬਾਕੀ ਜਿਹੜੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਉਹ ਆਪਣੇ ਘਰਾਂ ਨੂੰ ਜਾਣਗੇ ਜੀ। ਤੇ ਪੂਰੀ ਦੁਨੀਆ ਇਹ ਸੀਨ ਜਿਹੜਾ ਦੇਖ ਰਹੀ ਹੈ ਵੀ ਹਿੰਦੁਸਤਾਨ ਨੇ ਜਿਹੜਾ ਐਡਾ ਵੱਡਾ ਘੋਲ ਜਿੱਤਿਆ, ਉਹਦੇ ਉੱਪਰ ਹੁਣ ਜਸ਼ਨ ਮਨਾਉਣ ਦਾ ਸਮਾਂ ਆ ਗਿਆ ਜੀ। ਇਹ ਤੋਂ ਅਗਲੇ ਸਵਾਲ ਕਈ ਤਰ੍ਹਾਂ ਦੇ ਨਿਕਲਣਗੇ। ਖੈਰ, ਕਿਸਾਨ ਇਸ ਅੰਦੋਲਨ ਨੂੰ, ਜਿੱਤ ਨੂੰ ਕੇਵਲ ਆਪਣੀ ਜਿੱਤ ਨਹੀਂ ਮੰਨਦੇ ਜੀ, ਉਹ ਪੂਰੇ ਦੇਸ਼ ਦੇ ਲੋਕਾਂ ਦੀ ਜਿੱਤ ਮੰਨਦੇ। ਉਹ ਕਹਿੰਦੇ ਵੀ ਇਸ ਜਿੱਤ ਦੇ ਵਿੱਚ ਸਾਡੀ 'ਚ ਮਜ਼ਦੂਰਾਂ, ਕਲਾਕਾਰਾਂ, ਲੇਖਕਾਂ, ਬੁੱਧੀਜੀਵੀਆਂ, ਮਤਲਬ ਦੇਸ਼ ਦੀਆਂ ਬਹੁਤ ਸਾਰੀਆਂ ਟ੍ਰੇਡ ਯੂਨੀਅਨਾਂ ਨਾਲ, ਆੜਤੀਆਂ, ਸਾਰਿਆਂ ਨੇ ਮਤਲਬ ਸਾਡਾ ਸਹਿਯੋਗ ਦਿੱਤਾ ਐਕਸੈਪਟ ਬੀਜੇਪੀ ਨੂੰ ਛੱਡ ਕੇ। ਹਾਂਜੀ, ਤਾਂ ਅਸੀਂ ਇਹ ਸਮਝਦੇ ਹਾਂ ਵੀ ਇਹਦੇ ਵਿੱਚ ਜਨ ਦੀ ਸ਼ਮੂਲੀਅਤ ਹੋਈ ਹੈ। ਇਹ ਜਨ ਅੰਦੋਲਨ ਸੀਗਾ ਜੀ। ਇਸ ਕਰਕੇ ਅਸੀਂ ਇਹ ਜਿੱਤ ਦਾ ਸਿਹਰਾ ਕੱਲਾ ਆਪਣੇ ਸਿਰ ਨਹੀਂ ਬੰਨ੍ਹਦੇ, ਦੇਸ਼ ਦੇ ਲੋਕਾਂ ਦੇ ਵਿੱਚ, ਦੇਸ਼ ਦੇ ਲੋਕਾਂ ਦੇ ਜਿਹੜੇ ਜਮਹੂਰੀਅਤ ਵਿਸ਼ਵਾਸ ਰੱਖਦੇ, ਉਹਨਾਂ ਸਾਰਿਆਂ ਦੇ ਸਿਰ ਬੰਨ੍ਹਦੇ ਆ। ਉਹਨਾਂ ਸਾਰਿਆਂ ਦੀ ਬਦੌਲਤ ਇਹ ਅਸੀਂ ਜਿੱਤ ਹਾਸਲ ਕੀਤੀ ਹੈ। ਉਹਦੇ 'ਚ ਉਹ ਇਹਦਾ ਸਿਹਰਾ ਮੀਡੀਆ ਨੂੰ ਵੀ ਦਿੰਦੇ ਆ, ਗੋਦੀ ਮੀਡੀਆ ਨੂੰ ਨਹੀਂ, ਮੀਡੀਆ ਨੂੰ ਜਿਹੜਾ ਉਹਨਾਂ ਦੇ ਉਹ ਲਿਖਦਾ ਰਿਹਾ ਸਾਰਾ ਕੁਝ ਕਿਸਾਨਾਂ ਦੇ ਹੱਕ ਵਿੱਚ ਲਿਖਦਾ, ਹਾਂਜੀ, ਹੱਕ 'ਚ ਨਹੀਂ, ਜੋ ਸਹੀ ਸਥਿਤੀ ਨੂੰ ਬਿਆਨ ਕਰਦੇ ਰਹੇ। ਉਹ ਇਹ ਵੀ ਤਸਲੀਮ ਕਰਦੇ ਵੀ ਸਾਨੂੰ ਕੁਝ ਮੌਕਿਆਂ ਦੇ ਬਹੁਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਗੋਦੀ ਮੀਡੀਆ ਨੇ ਉਸ ਸਮੇਂ ਸਰਕਾਰ ਦਾ ਪੱਖ ਪੂਰਿਆ, ਪਰ ਅਲਟੀਮੇਟਲੀ ਜਿੱਤ ਲੋਕਾਂ ਦੀ ਹੋਈ। ਮਤਲਬ 26 ਜਨਵਰੀ ਦਾ ਵੀ ਵੱਖਰੇ ਤੌਰ ਤੇ ਜ਼ਿਕਰ ਕਰਦੇ ਆ। ਉਸ ਤੋਂ ਬਾਅਦ ਜਦੋਂ ਇੱਕ ਬੰਦਾ ਟੰਗ ਕੇ ਮਾਰ ਦਿੱਤਾ ਗਿਆ ਸੀ, ਕਤਲ ਹੋਇਆ ਉਹਦਾ, ਉਹ ਵੀ ਇੱਕ, ਹਾਂ, ਇਹਨੂੰ ਅੰਦੋਲਨ ਦਾ ਨਾਂ ਹੀ ਬਦਨਾਮ ਕਰਨ ਦਾ ਯਤਨ ਸੀਗਾ ਜੀ। ਉਹ ਟੋਟਲ ਮਤਲਬ ਗੱਲਾਂ ਗਿਣਦੇ ਆ, ਤੇ ਔਰਤਾਂ ਦੀ ਜਿਹੜੀ ਸ਼ਮੂਲੀਅਤ ਉਹਨੂੰ ਸਭ ਤੋਂ ਵੱਡਾ ਪੋਜ਼ਿਟਿਵ ਕਦਮ ਮੰਨਦੇ। ਮਾਵਾਂ, ਭੈਣਾਂ, ਧੀਆਂ, ਕੁੜੀਆਂ, ਬਜ਼ੁਰਗ ਔਰਤਾਂ ਤੱਕ ਉਹਨਾਂ ਨੇ ਇਸ ਅੰਦੋਲਨ ਦਾ ਜੋ ਸਾਥ ਦਿੱਤਾ, ਉਹਦੇ ਨਾਲ ਇੱਕ ਨਵਾਂ ਜੋਸ਼ ਇਸ ਲਹਿਰ 'ਚ ਆਇਆ ਸੀਗਾ। ਤੇ ਉਹ ਜਿਹੜਾ ਜੋਸ਼ ਆ ਹੁਣ ਹੋਰ ਦੂਣ ਸਵਾਇਆ ਹੋ ਗਿਆ। ਹਾਂਜੀ, ਹੁਣ ਜਿਹੜਾ ਕੱਲ ਤੋਂ ਜਿਹੜੇ ਮੋਰਚੇ ਜਿੱਥੇ ਲੱਗੇ, ਪੰਜਾਬ ਦੇ ਵਿੱਚ 125 ਥਾਵਾਂ ਦੇ ਉੱਪਰ ਮੋਰਚੇ ਲੱਗੇ ਸੀਗੇ, ਟੋਲ ਪਲਾਜ਼ਿਆਂ ਦੇ ਉੱਪਰ ਲੱਗੇ ਸੀਗੇ ਜੀ। ਉਹ ਸਾਰੇ ਮੋਰਚੇ ਮੇਰਾ ਖਿਆਲ ਅਨਾਉਂਸਮੈਂਟ ਹੁਣੇ ਥੋੜੀ ਦੇਰ ਤੱਕ ਹੋ ਜਾਏਗੀ, ਉਹ ਕੱਲ ਨੂੰ ਉੱਠ ਜਾਣਗੇ ਜੀ। ਮਤਲਬ ਕਿਸਾਨ ਅੰਦੋਲਨ ਇੱਕ ਵੱਡੀ ਜਿੱਤ ਲੈ ਕੇ ਆ ਗਿਆ। 2 ਦਿਨ ਕਿਸਾਨ ਘਰਾਂ 'ਚ ਆਰਾਮ ਕਰਨਗੇ, ਉਸ ਤੋਂ ਬਾਅਦ ਸਾਰੇ ਜਿਹੜੇ ਉਹ ਸ਼ੁਕਰਾਨਾ ਕਰਨ, ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਜਾਣਗੇ, ਮੱਥਾ ਟੇਕਣਗੇ, ਨਤਮਸਤਕ ਹੋਣਗੇ। ਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਕੀ ਕਰਨਾ, ਉਹਦੇ ਬਾਰੇ ਕੋਈ 4-5 ਦਿਨ ਠਹਿਰ ਕੇ ਮੰਥਨ ਕਰਨਗੇ ਜੀ। ਯੂਪੀ ਬਾਰੇ ਉਹਨਾਂ ਨੂੰ ਕਲੀਅਰ ਹੈ, ਉੱਤਰਾਖੰਡ ਬਾਰੇ ਵੀ ਕਲੀਅਰ ਹੈ, 4 ਸੂਬਿਆਂ ਬਾਰੇ ਕਲੈਰਿਟੀ ਹੈ ਵੀ ਇਹਦੇ ਵਿੱਚ ਬੀਜੇਪੀ ਦਾ ਵਿਰੋਧ ਕਰਨਾ ਹੀ ਕਰਨਾ। ਉਹਨੂੰ ਜਿਹੜਾ ਪਹਿਲਾਂ ਵਿਰੋਧ ਸੀਗਾ ਉਹ ਲੈਵਲ ਨਹੀਂ ਰਹਿ ਜਾਏਗਾ, ਉਹ ਕੁਝ ਘਟ ਜਾਏਗਾ, ਪਰ ਵਿਰੋਧ ਤਾਂ ਬਰਕਰਾਰ ਹੀ ਰਹੇਗਾ। ਜੇ ਮੁਝੇ ਇੱਥੇ ਇੱਕ ਸਵਾਲ ਹੈ ਮੇਰਾ, ਇਹ ਜੋ ਦਿੱਲੀ ਸਰਕਾਰ ਹੈ ਉਹਨਾਂ ਦਾ ਕਹਿਣਾ ਹੈ ਕਿ ਹੁਣੇ ਇਹ ਸਟੇਟਮੈਂਟ ਉਹਨਾਂ ਦੀ ਆਈ ਸੀ ਕਿ ਅਸੀਂ ਜੋ ਕਿਸਾਨਾਂ ਨੂੰ ਸੁਰੱਖਿਆ ਦਿੱਤੀ ਹੈ ਤੇ ਸੁਰੱਖਿਆ ਉੱਤੇ ਅਸੀਂ 7.68 ਕਰੋੜ ਰੁਪਏ ਖਰਚ ਕੀਤੇ ਨੇ। ਜੇ ਦਿੱਲੀ ਸਰਕਾਰ ਨੇ ਸੁਰੱਖਿਆ ਦਿੱਤੀ ਸੀ, ਫਿਰ ਇਹ ਜੋ ਲਖਵੀਰ ਸਿੰਘ ਜੋ ਕਾਂਡ ਹੋਇਆ ਉਹ ਕਿੱਦਾਂ ਹੋ ਗਿਆ? ਸੁਰੱਖਿਆ ਉੱਥੇ ਤਾਂ ਕੋਈ ਹੈ ਹੀ ਨਹੀਂ ਸੀਗਾ ਜੀ। ਜਿਹੜੀ ਸੁਰੱਖਿਆ ਉਹ ਜਿਹੜੇ ਕਿਸਾਨਾਂ ਦੇ ਜਿੱਥੇ ਬੈਠੇ ਆ ਉਹਦੇ ਤੋਂ ਹਟਵੀਂ ਹੈ। ਮਤਲਬ 200 ਮੀਟਰ ਹੋਣੇ, 150 ਉੱਥੇ ਹਟਵੀਂ ਹੈ। ਇਹ ਕਹਿ ਸਿਕਿਉਰਿਟੀ ਹੈ ਲੱਗੀ ਹੋਈ, ਉਹ ਤਾਂ ਬੈਰੀਕੇਡ ਲਾਏ ਸੀ, ਉੱਥੇ ਸਿਕਿਉਰਿਟੀ ਸੀਗੀ। ਉਹ ਤੋਂ ਇਲਾਵਾ ਤਾਂ ਅਸੀਂ ਕੋਈ ਸਿਕਿਉਰਿਟੀ ਉੱਥੇ ਬਾੜੀ ਦੇਖੀ ਨਹੀਂ ਜੀ। ਜਾਂ ਇਧਰੋਂ ਹਰਿਆਣੇ ਵਾਲੇ ਪਾਸਿਓਂ ਜਦੋਂ ਸ਼ੁਰੂ ਹੁੰਦਾ ਉੱਥੇ ਹਰਿਆਣਾ ਪੁਲਿਸ ਖੜੀ ਸੀਗੀ, ਉਹ ਸਿੰਘੂ ਤੇ ਵੀ ਖੜੀ ਹੈ। ਉਹ ਜਿਹੜਾ ਦੂਜਾ ਆਪਣਾ ਟਿਕਰੀ ਬਾਰਡਰ ਉੱਥੇ ਵੀ ਖੜੀ ਹੈ, ਦੂਜੇ ਪਾਸੇ ਦਿੱਲੀ ਦੀ ਇੱਕ ਪਾਸੇ ਖੜੀ, ਇੱਕ ਪਾਸੇ ਯੂਪੀ ਦੀ ਖੜੀ ਹੈ ਜਿਹੜਾ ਗਾਜੀਪੁਰ ਬਾਰਡਰ ਹੈ ਜੀ। ਇਹ ਵੀ ਸ਼ਾਹਜਹਾਂਪੁਰ ਦਾ ਬਾਰਡਰ ਉੱਥੇ ਵੀ ਖੜੀ ਹੈ। ਹਾਂਜੀ, ਸੋ ਖਰਚਾ ਤਾਂ ਪੁਲਿਸ ਜਦੋਂ ਉੱਥੇ ਡਿਊਟੀ ਲੱਗਦੀ ਹੈ ਉਹਦੇ ਤੇ ਜਿਹੜੇ ਵਹੀਕਲ ਚੱਲਦੇ ਆ, ਜਿਹੜਾ ਡੀਜ਼ਲ ਪੈਂਦਾ, ਪੈਟਰੋਲ ਪੈਂਦਾ, ਜੋ ਕੁਝ ਵੀ ਹੁੰਦਾ
ਉਹਦਾ ਇੱਕ ਖਰਚਾ ਤਾਂ ਆਉਂਦਾ ਉਹ ਖਰਚਾ ਇੱਥੇ ਨਹੀਂ ਆਉਂਦਾ ਕਿਤੇ ਹੋਰ ਆ ਜਾਂਦਾ ਹਾਂਜੀ ਸੋ 7 ਕਰੋੜ ਦੇ ਕਰੀਬ ਉਹ ਖਰਚਾ ਜਿਹੜਾ ਮੰਨਦੇ ਆ ਜਿਹੜੀ ਦਿੱਲੀ ਪੁਲਿਸ ਆ ਉਹ ਦਿੱਲੀ ਪੁਲਿਸ ਦੇ ਨਹੀਂ ਕੇਂਦਰ ਸਰਕਾਰ ਦੇ ਅਧੀਨ ਉਹ ਖਰਚੇ ਦਾ ਹਿਸਾਬ ਲੇਖਾ ਜੋਖਾ ਜਿਹੜਾ ਉਹ ਕੇਂਦਰ ਸਰਕਾਰ ਨੇ ਕਰਨਾ ਹਾਂਜੀ ਸੋ ਖਰਚਾ ਤਾਂ ਆਈ ਆ ਉਹਦੇ ਚ ਕੋਈ ਦੋ ਰਮ ਨਹੀਂ ਇਹ ਤਾਂ ਹੁਣ ਜਿਹੜਾ ਲਖਵੀਰ ਸਿੰਘ ਦਾ ਕਤਲ ਹੈ ਹਾਂਜੀ ਇਹਦੇ ਬਾਰੇ ਤਾਂ ਬਹੁਤ ਸਾਰੀ ਚਰਚਾ ਹੈਗੀ ਵੀ ਜਿਹੜੇ ਬੰਦੇ ਨੇ ਉਹਨੂੰ ਫੋਨ ਕਰਕੇ ਸੱਦਿਆ ਉਹ ਅਜੇ ਤੱਕ ਨਹੀਂ ਮਿਲਿਆ ਇੱਕ ਕਾਲਰ ਨੇ ਸੰਗਤ ਲਾਈਵ ਤੁਹਾਡਾ ਸਵਾਗਤ ਆਪਣਾ ਨਾਮ ਦੱਸੋ ਹੈਲੋ ਹੈਲੋ ਹਾਂਜੀ ਸੰਗਤ ਲਾਈਵ ਤੁਹਾਡਾ ਸਵਾਗਤ ਹੈ ਆਪਣਾ ਨਾਮ ਦੱਸੋ ਜੀ ਹਾਂ ਜੀ ਰੋਹਿਤ ਬੇਟਾ ਜੀ ਤੁਹਾਨੂੰ ਜੰਮੂ ਸਾਹਿਬ ਨੂੰ ਤੇ ਸਰੋਤਿਆਂ ਨੂੰ ਬਲਿਹਾਰ ਸਿੰਘ ਰੰਧਾਵਾ ਸਾਹਿਬ ਕੀ ਹਾਲ ਚਾਲ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਜੰਮੂ ਸਾਹਿਬ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਸਮੁੱਚੇ ਜਗਤ ਨੂੰ ਮੁਬਾਰਕਾਂ ਹੋਣ ਅੱਜ ਜੀ ਸਾਰਿਆਂ ਨੂੰ ਮੁਬਾਰਕਾਂ ਜੀ ਫਤਿਹ ਮਾਰ ਸਾਰੇ ਜਗਤ ਨੂੰ ਮੈਂ ਤਾਂ ਕਹਿੰਦਾ ਸਾਰੇ ਜਗਤ ਨੂੰ ਮੀਡੀਆ ਨੂੰ ਕਰਕੇ ਜਿਹੜਾ ਆਪਣਾ ਲੋਕਾਂ ਦਾ ਮੀਡੀਆ ਮੈਂ ਉਹਦੀ ਗੱਲ ਕਰਦਾ ਗੋਦੀ ਮੀਡੀਆ ਦੀ ਨਹੀਂ ਗੱਲ ਕਰਦਾ ਤੇ ਲੋਕਾਂ ਦੇ ਜਿਹੜਾ ਲੋਕਾਂ ਦਾ ਮੀਡੀਆ ਆ ਦੇਸ਼ ਵਿਦੇਸ਼ ਦਾ ਇਹਨਾਂ ਨੇ ਜੀ ਜਾਨ ਇੱਕ ਕਰਕੇ ਖਤਰਿਆਂ ਨੂੰ ਮੁੱਲ ਲੈ ਕੇ ਤੁਸੀਂ ਤਾਂ ਉੱਥੇ ਵਿਚਰਦੇ ਹੋ ਸਾਡੇ ਸਾਰਿਆਂ ਚੈਨਲਾਂ ਦੇ ਐਂਕਰ ਜਿਹੜੇ ਆ ਦੇਖੋ ਕਿੱਦਾਂ ਉਹਨਾਂ ਤੇ ਕੇਸ ਵੀ ਬਣੇ ਬੜਾ ਕੁਝ ਹੋਇਆ ਤੇ ਮੀਡੀਆ ਤੋਂ ਬਾਅਦ ਫਿਰ ਖਾਸ ਕਰਕੇ ਉਹ ਮਾਤਾਵਾਂ ਬੀਬੀਆਂ ਜਿਹੜੀਆਂ ਬੈਠੀਆਂ ਉੱਥੇ ਉਹਨਾਂ ਨੂੰ ਮੈਂ ਨਮਸਕਾਰ ਕਰਦਾ ਸਲਾਮ ਕਰਦਾ ਉਹਨਾਂ ਦੀ ਸਿਰਕ ਦਿਲੀ ਨੇ ਤੇ ਜਿਹੜਾ ਗੁਰੂ ਨਾਨਕ ਸਾਹਿਬ ਨੇ ਕਿਹਾ ਜਿਨ੍ਹਾਂ ਤੇ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਇਹ ਇੱਕ ਜ਼ਾਬਤਾ ਦਿੱਤਾ ਗੁਰੂ ਨਾਨਕ ਸਾਹਿਬ ਨੇ ਕਿ ਜੇ ਤੁਸੀਂ ਪੱਕੀ ਹੋਈ ਫਸਲ ਦੀ ਰਾਖੀ ਕਰਨੀ ਤਾਂ ਫਿਰ ਗਰੀਬੀ ਵੇਸ ਭਾਵ ਹਲੇਮੀ ਵਿੱਚ ਰਹਿ ਕੇ ਜ਼ਾਬਤੇ 'ਚ ਰਹਿ ਕੇ ਜਿੰਨਾ ਚਿਰ ਮਰਜ਼ੀ ਚਲੋ ਥੱਕੋਗੇ ਨਹੀਂ ਕਾਦਰ ਤੇ ਕੁਦਰਤ ਦਾ ਧੰਨਵਾਦ ਕਰਦੇ ਹਾਂ ਅਸੀਂ ਕਿਉਂਕਿ ਕੁਦਰਤ ਨੇ ਸਾਥ ਦਿੱਤਾ ਕਾਦਰ ਨੇ ਸਾਥ ਦਿੱਤਾ ਪਾਣੀ ਲੱਤ ਦੇ ਵਾਰਸ ਜਿੱਤੇ ਆ ਤੇ ਮੱਕ ਪਾਪਾਂ ਦੇ ਜਿਹੜੇ ਵਾਰਸ ਆ ਉਹ ਹਾਰੇ ਆ ਇਹਦੇ ਵਿੱਚ ਤੇ ਸਾਨੂੰ ਸਾਰਿਆਂ ਨੂੰ ਅੱਜ ਖੁਸ਼ੀ ਦਾ ਦਿਨ ਆ ਤੇ ਖੁਸ਼ੀ ਵਿੱਚ ਮੈਂ ਤੁਹਾਨੂੰ ਵਧਾਈਆਂ ਦਿੱਤੀਆਂ ਤੁਹਾਨੂੰ ਖਾਸ ਕਰਕੇ ਪੱਤਰਕਾਰਾਂ ਨੂੰ ਵੀ ਮੈਂ ਫੇਰ ਦੁਬਾਰਾ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਬਹੁਤ ਸ਼ੁਕਰੀਆ ਜੀ ਜੀ ਜੰਮੂ ਜੀ ਸੋ ਜਿਵੇਂ ਅਸੀਂ ਪਹਿਲਾਂ ਕਿਹਾ ਵੀ ਕਿਸਾਨ ਮੋਰਚੇ ਦੇ ਆਗੂਆਂ ਜਿਨ੍ਹਾਂ ਨਾਲ ਸਾਡੀ ਗੱਲ ਉਹ ਵੀ ਕਹਿੰਦੇ ਵੀ ਅਸੀਂ ਇਹਦਾ ਜਿਹੜਾ ਸਿਹਰਾ ਜਿਹੜਾ ਉਹ ਕੱਲਾ ਆਪਣੇ ਸਿਰ ਨਹੀਂ ਪੂਰੀ ਖਲਕਤ ਦੇ ਸਿਰ ਬੰਨ੍ਹਦੇ ਆ ਦੇਸ਼ ਵਿਦੇਸ਼ ਦੇ ਜਿਹੜੇ ਲੋਕ ਆ ਜਿਨ੍ਹਾਂ ਸਾਡੀ ਮਦਦ ਕੀਤੀ ਉਹਨਾਂ ਦੇ ਸਿਰ ਬੰਨ੍ਹਦੇ ਆ ਏਡੀ ਵੱਡੀ ਜਿੱਤ ਇਹ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਨਹੀਂ ਸੀ ਹੋ ਸਕਦੀ ਤੇ ਅਸੀਂ ਸਮਝਦੇ ਅਸੀਂ ਇੱਕ ਹਿੱਸਾ ਬਾਕੀ ਜਿਹੜੇ ਲੋਕ ਨੇ ਜਿਨ੍ਹਾਂ ਨੇ ਸਾਡੀ ਇਸ ਔਖੀ ਘੜੀ ਦੇ ਵਿੱਚ ਮਦਦ ਕੀਤੀ ਬੜੇ ਮਤਲਬ ਇੱਕ ਹਿਸਟਰੀ ਕ੍ਰੀਏਟ ਹੋਈ ਹੈ ਮਤਲਬ ਪੰਜਾਬ ਹਰਿਆਣਾ ਦੇ ਕਿਸਾਨਾਂ ਦੇ ਵਿੱਚ ਜਿੰਨੀ ਏਕਤਾ ਇਸ ਵਾਰੀ ਦੇਖਣ ਨੂੰ ਮਿਲੀ ਹੈ ਸ਼ਾਇਦ ਹੀ ਕਦੇ ਮਿਲੀ ਹੋਵੇ ਇਹ ਅੰਦੋਲਨ ਜਿਹੜਾ ਹੈ ਸਾਡੇ ਦੇਸ਼ ਦੇ ਵਿੱਚ ਨਹੀਂ ਦੁਨੀਆ ਦੇ ਵਿੱਚ ਐਡਾ ਪੀਸਫੁਲ ਅੰਦੋਲਨ ਸ਼ਾਇਦ ਹੀ ਕੋਈ ਹੋਰ ਹੋਵੇ ਮਤਲਬ ਹਿੰਦੁਸਤਾਨ ਦੀ ਆਜ਼ਾਦੀ ਤੋਂ ਪਹਿਲਾਂ ਵੀ ਐਡਾ ਅੰਦੋਲਨ ਨਹੀਂ ਸੀ ਚੱਲਿਆ ਤੇ ਆਜ਼ਾਦੀ ਤੋਂ ਬਾਅਦ ਵੀ ਇਸ ਤਰੀਕੇ ਦਾ ਅੰਦੋਲਨ ਨਹੀਂ ਚੱਲਿਆ ਇਹ ਦੇਸ਼ ਦੇ ਵਿੱਚ ਸਭ ਤੋਂ ਵੱਡਾ ਅੰਦੋਲਨ ਹੋਇਆ ਜਿਹੜਾ ਕਿਸਾਨ ਅੰਦੋਲਨ ਆ ਤੇ ਜਿਹਨੇ ਪੂਰੀ ਦੁਨੀਆ ਦਾ ਜਿਹੜਾ ਸਾਥ ਹੈ ਆਪਣੇ ਨਾਲ ਲਿਆ 10 ਦੇਸ਼ਾਂ ਦੀਆਂ ਪਾਰਲੀਮੈਂਟਾਂ ਦੇ ਵਿੱਚ ਇਸ ਮੁੱਦੇ ਨੂੰ ਲੈ ਕੇ ਬਹਿਸ ਹੋਈ ਸੰਯੁਕਤ ਰਾਸ਼ਟਰ ਨੇ ਇਹਤੇ ਤੇ ਬਹਿਸ ਕੀਤੀ ਸੰਯੁਕਤ ਰਾਸ਼ਟਰ ਨੇ ਭਾਰਤ ਸਰਕਾਰ ਨੂੰ ਕਿਹਾ ਵੀ ਜਿਹੜੇ ਸਟੇਕ ਹੋਲਡਰ ਆ ਤੁਸੀਂ ਉਹਨਾਂ ਨਾਲ ਸਲਾਹ ਮਸ਼ਵਰਾ ਨਹੀਂ ਕੀਤਾ ਉਹਨਾਂ ਨਾਲ ਸਲਾਹ ਮਸ਼ਵਰਾ ਕੀਤਾ ਜਾਣਾ ਚਾਹੀਦਾ ਸੀ ਪੂਰੀ ਮਤਲਬ ਬਹੁਤ ਵੱਡੇ ਪੱਧਰ ਤੇ ਜਿਹੜਾ ਹੁਣ ਕਿਸਾਨ ਜਿਹੜੇ ਆ ਉਹ ਅੱਜ ਥੋੜੀ ਦੇਰ ਤੱਕ ਐਲਾਨ ਹੋਏਗਾ ਤੇ ਕੱਲ ਨੂੰ ਉਤੋਂ ਰੁਖਸਤ ਹੋਣੇ ਸ਼ੁਰੂ ਹੋ ਜਾਣਗੇ ਤੇ ਉਹਨਾਂ ਦਾ ਜਿਹੜਾ ਫਤਿਹ ਮਾਰਚ ਆ ਉਹ ਸ਼ੁਰੂ ਹੋ ਜਾਏਗਾ ਫਤਿਹ ਉਹਨਾਂ ਨੇ ਪਾ ਲਈ ਹੈ ਤੇ ਇਹਦੇ ਵਿੱਚ ਜਿਨ੍ਹਾਂ ਲੋਕਾਂ ਨੇ ਯੋਗਦਾਨ ਪਾਇਆ ਉਹਨਾਂ ਸਾਰਿਆਂ ਦਾ ਉਹਨੇ ਧੰਨਵਾਦ ਕੀਤਾ ਬਾਕੀ ਦੁਨੀਆ ਪੱਧਰ ਦੇ ਉੱਪਰ ਚਿੱਠੀ ਲਿਖ ਦੇਣਗੇ ਤੇ ਫਿਰ ਜਦੋਂ ਕੋਈ ਸਰਕਾਰ ਕਿਸੇ ਗੱਲ ਤੋਂ ਭੱਜੇਗੀ ਇੱਕ ਜਿਹੜੀ ਵੱਡੀ ਗੱਲ ਹੈ ਸੰਯੁਕਤ ਕਿਸਾਨ ਮੋਰਚਾ ਬਣਿਆ ਰਹੇਗਾ ਸੰਗਤ ਲਾਈਵ ਤੁਹਾਡਾ ਸਵਾਗਤ ਹੈ ਆਪਣਾ ਨਾਮ ਦੱਸੋ ਹਾਂਜੀ ਵਾਹਿਗੁਰੂ ਜੀ ਮੇਰਾ ਨਾਮ ਬਹਾਦਰ ਸਿੰਘ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹਾਦਰ ਸਿੰਘ ਜੀ ਹਾਂ ਹਾਂਜੀ ਭਾਈ ਸਾਹਿਬ ਪਹਿਲਾਂ ਤਾਂ ਬਹੁਤ ਵਧੀਆ ਪ੍ਰੋਗਰਾਮ ਹੁੰਦਾ ਮੈਂ ਕਹਿੰਦਾ ਮਿਸ ਨਹੀਂ ਕਰਦਾ ਕਿਉਂਕਿ ਇਹਦੇ ਵਿੱਚ ਆਪਾਂ ਕਾਫੀ ਲਰਨ ਕਰੀਦਾ ਤੇ ਆਪਾਂ ਰੋੜਾ ਪਾਉਣ ਦੀ ਗੱਲ ਨਹੀਂ ਕੀ ਸਿੱਧਾ ਤੇ ਆਪਾਂ ਨੂੰ ਬਹੁਤ ਵਧਾਈਆਂ ਨੇ ਇਹ ਜਿਹੜਾ ਕਹਿੰਦਾ ਇਹ ਮੋਰਚਾ ਫਤਿਹ ਕੀਤਾ ਹੈ ਕਹਿੰਦਾ ਜੀ ਇੱਥੋਂ ਆਪਾਂ ਨੂੰ ਲੈਸਨ ਲਰਨ ਕਰਨਾ ਪੈਣਾ ਹੈ ਕਹਿੰਦਾ ਜੀ ਤੁਸੀਂ ਇਹ ਦੱਸ ਰਹੇ ਹੋ ਗੱਲਾਂ ਤੇ ਜਿਹੜੇ
वर्ड है एम्फसाइज करो भी आप लैसन लर्न करो भी किवें जिते आप है ना सारिਆਂ ਨੂੰ मगर नाल लाया प्यार नाल लाया है ना पर शहीदियां हां जी कुर्बानियां बाड़ियां अपने पंजाबियां ने कीतियां ने आपको पता ही है ना अगे अगे हो खड़े है ते हुण कहना जी भाई साहब एक मैं कहना चाहना है ना भाई देखो आप कहना देखो हुण आप सारे इकट्ठे अपने इंडिया दे विच काफी सप्रेशन है देख अपने जेल किए हुए जिन्हों दी उन्होंने कैदा भी कट लिया ते उन्होंने जिहड़ी पार्टी है ना जिहड़ी किसान वाली इन्हां नूं इह वर्ड भी करना चाहिए भी साडे भी सारे भी करो क्योंकि बाला अपने पंजाब दे विच ही है ना एक्सप्रैशन ते बई कहना इहदे बारे गल कर सारे इंडिया नूं पता लग सके है ना जी मैं मैसेज भी उन्हां नूं पता लग सके अपनी मदद करन क्योंकि यू नो लाइक आपां नूं इहदे विचों जाल दे विचों निकलना पैना किवें ना किवें थों थों ते गुलामी दे जिहड़े झंडे चल रहे ने ना आप खालिस्तान बारे बाद च गल करो आप कहना आ जिहड़ियां गल्लां जिहड़ियां हो सकदियां ओह पहलां करो है जी ते कहना बापा मेरे हिसाब नाल हर एक साल थोड़े चेले तां इह कहना खुशी मनाउणी चाहिदी है क्योंकि बहुत वड्डा तुसीं कह सकते हो मैं थोड़े मानदा थोड़ा बई कहना मैनूं लगदा है इह जिहा पीसफुल सारिਆਂ ਨੂੰ ਇਕੱਠੇ ਕਰਕੇ ਪਿਆਰ ਨਾਲ कहना ਇਹ जी गल कदे होई नहीं गी ਆਪਾਂ ਨੂੰ ਹੈ ਨਾ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦੇਖੋ 12 ਵਾਰੀ ਤਾਂ ਮੈਂ ਇਸ ਅੰਦੋਲਨ ਦੇ ਵਿੱਚ ਇਹਨੂੰ ਕਵਰ ਕਰਨ ਗਿਆ ਜੀ ਲਾਸਟ ਹੁਣ 4 ਦਸੰਬਰ ਨੂੰ ਗਿਆ ਸੀਗਾ ਤੇ ਸੰਭਵ ਹੈ ਕਿ ਕੱਲ ਨੂੰ ਵੀ ਸ਼ਾਇਦ ਕੋਈ ਬਣ ਜੇ ਸਬਬ ਤੇ ਜੋ ਉਸ ਇਹਦੀਆਂ ਪ੍ਰਾਪਤੀਆਂ ਦੇ ਤਾਂ ਅਣਗਿਣਤ ਪ੍ਰਾਪਤੀਆਂ ਨੇ ਉਹ ਜਾਰੀ ਰਹਿਣਗੀਆਂ ਇਹਦੇ ਨਾਲ ਹੀ ਅੰਦੋਲਨ ਦੇ ਨਾਲ ਚੱਲਦੀਆਂ ਰਹਿਣਗੀਆਂ ਵੀ ਕੀ ਖੱਟਿਆ ਕੀ ਗਵਾਇਆ ਹਾਂ ਜਿਹੜੀਆਂ ਕਿਸਾਨਾਂ ਦੀਆਂ ਜਿਹੜੀਆਂ ਯਾਦਗਾਰਾਂ ਬਣਨੀਆਂ ਸ਼ੁਰੂ ਹੋ ਗਈਆਂ ਸਮਾਰਕ ਬਣਨੇ ਸ਼ੁਰੂ ਹੋ ਗਏ ਇੱਕ ਸਮਾਰਕ ਜਿਹੜਾ ਸੰਗਰੂਰ ਦੇ ਵਿੱਚ ਬਣਿਆ ਉਹਦੇ ਵਿੱਚ 58 ਕਿਸਾਨ ਜਿਹੜੇ ਆ ਸੰਗਰੂਰ ਤੋਂ ਸੀਗੇ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਬਾਕੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆ ਪੰਜਾਬ ਦੀਆਂ ਜਿਹੜੀਆਂ ਨਾ 700 ਦੇ ਵਿੱਚੋਂ मेरा ख्याल 500 ਦੇ ਕਰੀਬ ਤਾਂ ਪੰਜਾਬ ਤੋਂ ਹੀ ਕਾਲਰ ਨੇ ਸੰਗਤ ਲਾਈਵ ਤੁਹਾਡਾ ਸਵਾਗਤ ਹੈ ਆਪਣਾ ਨਾਮ ਦੱਸੋ ਹੈਲੋ ਜੀ ਸੰਗਤ ਲਾਈਵ ਤੁਹਾਡਾ ਸਵਾਗਤ ਹੈ ਆਪਣਾ ਨਾਮ ਦੱਸੋ ਜੀ ਬਲਵਿੰਦਰ ਸਿੰਘ ਜੰਮੂ ਹਾਂਜੀ ਆਪਣੇ ਰੋਹੀ ਗਰੋਵਰ ਬੈਠੇ ਨੇ ਜਿਹੜੇ ਉਹਨਾਂ ਨਾਲ ਮੈਂ ਸਿਰਫ 1 ਮਿੰਟ ਗੱਲ ਕਰਨੀ ਆ ਜੀ ਜ਼ਰੂਰ ਜੀ ਹਾਂਜੀ जी हाँ जी बलविंदर सिंह जम्मू साहब ते हाँ जी रूही जी हाँ जी हाँ जी हाँ जी हाँ जी क्योंकि ये जड़ा उन्हें आख्या है जन अंदोलन सी बिल्कुल ये कामिया मजदूरां सारे बुद्धिजीवियां कलाकारां ते जेड़े हरबिन है को कहा बताओ ये 1218 गुरु महाराज दे उत्ते गुरु अर्जन देव जी उचल रहे ने कि 8 बिलियन 8.5 बिलियन जेड़ी ये सारी दुनिया है उन्हां तो हरी तो बगैर ते वो कोई है ही नहीं पर कईयां नूं दिसदा कईयां नूं नहीं दिसदा ते मैं कहांगा कि ये जेड़ा अंदोलन सी ये एक अंडोल ना डोलन वाला अंदोलन सीगा ते अज दे हुक्मनामे नू जे असी सुनिए ते ओ कहंदा पिया है कि असां संसार दी जेड़ा कि 624 अंग सोरठ राग विच उच्चर रहे ने गुरु अर्जन देव जी हाँ जी सुनदे जे हाँ जी बिल्कुल सुन रहे जी ओ कह रहे ने कि असां संसार दी कमाई कीती है गुरु अर्जन देव जी कीते कहंदे ने असां धर्म दी कमाई नहीं कीती जी ये शरीर जेड़ा है ना साडा ये सब धर्म आ क्योंकि ਇਹਦੇ ਵਿੱਚ ਹਰੀ ਬੈਠਾ ਹੈ ਠੀਕ ਹੈ ਜੀ ਸਾਡੇ ਜਿਹੜਾ ਹਿਰਦਾ ਹੈ ਹਿਰਦੇ ਕਮਲ ਮੈਂ ਹਰ ਕਾ ਵਾਸ
ਸਾਡੀ ਧੁੰਨੀ ਦੇ ਅੰਦਰ ਇੱਕ ਕਮਲ ਫੁੱਲਿਆ ਤੇ ਉਹਦੇ ਵਿੱਚ ਹਰੀ ਬੈਠਾ ਹੈ। ਬਿਨ ਹਰ ਹੈ ਕੋ ਕਹਾਂ ਬਤਾਓ, ਕੋਈ ਹਿੰਦੂ ਮੁਸਲਮਾਨ ਈਸਾਈ ਕਸਾਈ ਕਾਤਲ ਹਰ ਇੱਕ ਦੇ ਅੰਦਰ ਉਹ ਬੈਠਾ ਹੋਇਆ ਹੈ, ਪਰ ਕਈਆਂ ਨੂੰ ਉਹ ਦਿਸਦਾ ਹੈ, ਕਈਆਂ ਨੂੰ ਨਹੀਂ ਦਿਸਦਾ। ਇਸ ਵਾਸਤੇ ਆਪਣੇ ਸਰੀਰ ਦੇ ਅੰਦਰ ਜਿਸ ਤਰ੍ਹਾਂ ਕਿ ਰਾਜ ਕੀਤਾ ਪਿਛਲੇ 20 ਸਾਲ ਦੇ ਵਿੱਚ ਅਕਾਲੀਆਂ ਨੇ ਤੇ ਅਮਰਿੰਦਰ ਨੇ ਵੀ, ਉਹਨਾਂ ਨੇ ਜੋ ਕੀਤਾ ਤੁਹਾਨੂੰ ਪਤਾ ਹੈ। ਉਹਨਾਂ ਆਪਣੇ ਸਰੀਰ ਦਾ ਦੇ ਅੰਦਰਲਾ ਧਰਮ ਨਹੀਂ ਦੇਖਿਆ, ਉਹਨਾਂ ਸੰਸਾਰ ਦੇ ਵਿੱਚ ਠੀਕ ਹੈ ਜੀ, ਤੁਹਾਡੀ ਗੱਲ ਆ ਗਈ ਜੀ, ਦੀ ਕਮਾਈ ਉਹਨਾਂ ਕੋਲ ਕੋਈ ਨਹੀਂ ਹੈਗੀ। ਤੇ ਹੁਣ ਗਾਂਧੀ ਜਿਹੜੀ ਪੋਲਿਟਿਕਸ ਆ, ਉਹਨਾਂ ਨੂੰ ਚਾਹੀਦਾ ਹੈ ਕਿ ਉਹ ਤਨ ਦੀ ਉਹ ਹੁਣ ਆਪਣੇ ਧਰਮ ਦੀ ਕਮਾਈ ਕਰਨ ਜੀ। ਤੁਹਾਡਾ ਕੋਈ ਸਵਾਲ ਹੈ ਸਰ? ਫਿਰ ਧੋਖਾ ਨਾ ਕਰਨ ਤਾਂ ਕਿ ਉਹਨਾਂ ਨੂੰ ਫਿਰ ਇਹ ਅੰਦੋਲਨ ਨਾ ਫੇਰ ਕਰਨਾ ਪਵੇ। ਅਸੀਂ ਤਨ ਦੀ ਦਵਾਈ ਲੈਂਦੇ ਪਏ ਆ, ਜਿਹੜਾ ਜਿਹੜੀ ਆ ਬਿਮਾਰੀ ਸ਼ੁਰੂ ਹੋਈ ਆ, ਅਸੀਂ ਮਨ ਦੀ ਦਵਾਈ ਨਹੀਂ ਲੈਂਦੇ। ਅਸੀਂ ਜੇ ਇਹ ਮੰਨ ਲਈਏ ਕਿ ਸਾਡੇ ਅੰਦਰ ਹਰੀ ਬੈਠਾ ਹੈ, ਅਸੀਂ ਇੱਕ ਵਾਰ ਸਵੇਰੇ ਉੱਠ ਕੇ ਕਹਿ ਦਈਏ ਹਰ 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 ਹਰੇ ਹਰ 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 ਹੇਤ ਉਠ। ਚੰਗਾ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਜੀ ਵਿੱਚ ਅੱਗੇ ਵਧਣ ਤੋਂ ਪਹਿਲਾਂ ਕਹਿਣਾ ਚਾਹੁੰਦੇ ਹਾਂ ਕਿ ਜਿਹੜੇ ਸਾਡੇ ਦਰਸ਼ਕ ਸਾਡੇ ਨਾਲ ਪ੍ਰੋਗਰਾਮ ਵਿੱਚ ਇੱਥੇ ਜੁੜਨਾ ਚਾਹੁੰਦੇ ਨੇ, ਜੰਮੂ ਜੀ ਤੋਂ ਕੋਈ ਸਵਾਲ ਪੁੱਛਣਾ ਚਾਹੁੰਦੇ ਨੇ ਜਾਂ ਆਪਣੇ ਕੋਈ ਵਿਚਾਰ ਸਾਂਝਾ ਕਰਨਾ ਚਾਹੁੰਦੇ ਨੇ, ਆਪਣੇ ਕੋਈ ਐਕਸਪੀਰੀਅੰਸ ਸਾਂਝਾ ਕਰਨਾ ਚਾਹੁੰਦੇ ਨੇ, ਤਾਂ ਅਸੀਂ ਥੱਲੇ ਸਕਰੀਨ ਤੇ ਨੰਬਰ ਦਿੱਤੇ ਹੋਏ ਨੇ, ਤੁਸੀਂ ਸਾਨੂੰ ਉੱਥੇ ਕੰਟੈਕਟ ਕਰ ਸਕਦੇ ਹੋ ਲਾਈਵ। ਤੇ ਜੰਮੂ ਜੀ, ਅਸੀਂ ਕਿਸਾਨ ਅੰਦੋਲਨ ਬਾਰੇ ਗੱਲ ਕਰ ਰਹੇ ਸੀ ਜੀ। ਕਿਸਾਨ ਅੰਦੋਲਨ ਤਾਂ ਅਸੀਂ ਕਾਫੀ ਗੱਲ ਜਿਹੜੀ ਆ ਉਹ ਕੀਤੀ ਹੈ। ਕਿਸਾਨ ਅੰਦੋਲਨ ਜਿਹੜਾ ਜੋ ਉਹਨੇ ਪ੍ਰਾਪਤੀਆਂ ਕਰ ਲਈਆਂ ਉਹ ਬਹੁਤ ਵੱਡੀਆਂ ਨੇ, ਤੇ ਜਦੋਂ ਹੁਣ ਡਿਟੇਲ ਆ ਜਾਏਗੀ ਬਾਕੀ ਕੱਲ ਨੂੰ ਫਤਿਹ ਮਾਰਚ ਹੋਏਗੀ ਜੀ। ਇੱਕ ਹੋਰ ਕਾਲਰ ਨੇ। ਸੰਗਤ ਲਾਈਵ ਤੁਹਾਡਾ ਸਵਾਗਤ ਹੈ, ਆਪਣਾ ਨਾਮ ਦੱਸੋ। ਹੈਲੋ ਬੀਬਾ ਗਰੋਵਰ ਜੀ, ਤੁਹਾਨੂੰ ਤੇ ਜੰਮੂ ਸਾਹਿਬ ਨੂੰ, ਤੁਹਾਡੇ ਸਟਾਫ ਨੂੰ, ਤੁਹਾਡੇ ਦਰਸ਼ਕਾਂ ਨੂੰ ਤੇ ਸਾਰੇ ਜਗਤ ਨੂੰ ਗੁਰਦੇਵ ਸਿੰਘ ਭੁੱਲ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ। ਜੰਮੂ ਸਾਹਿਬ ਸਾਡੇ ਛੋਟੇ ਵੀਰ, ਉਮਰ ਕਰਕੇ ਛੋਟੇ ਨੇ ਪਰ ਵਿਦਵਤਾ ਕਰਕੇ ਬਹੁਤ ਵੱਡੇ ਨੇ। ਰੰਧਾਵਾ ਸਾਹਿਬ ਉਹ ਸਾਰੇ ਜਗਤ ਨੂੰ ਮੁਬਾਰਕਾਂ ਦੇ ਗਏ ਨੇ, ਤੁਹਾਨੂੰ ਮੁਬਾਰਕਾਂ ਦੇ ਗਏ ਨੇ ਤੇ ਮੈਂ ਵੀ ਮੁਬਾਰਕਾਂ ਦੇਣਾ, ਵਧਾਈਆਂ ਦੇਣਾ। ਜੰਮੂ ਸਾਹਿਬ ਇਹ ਜਿਹੜਾ ਅੰਦੋਲਨ ਸੀਗਾ, ਹਾਂਜੀ, ਦਰਅਸਲ ਇਹ ਜਨ ਅੰਦੋਲਨ ਬਣਿਆ ਤੇ ਜਨ ਅੰਦੋਲਨ ਦਰਅਸਲ ਇਹ ਲੜਾਈ ਫਿਰ ਸੱਚ ਤੇ ਝੂਠ ਦੀ ਬਣ ਗਈ ਸੀਗੀ। ਓੜਕ ਨੂੰ ਇਹ ਸੱਚ ਤੇ ਝੂਠ ਦੀ ਲੜਾਈ ਬਣੀ ਸੀ ਤੇ ਇਹਦੇ ਵਿੱਚ ਫਿਰ ਝੂਠ ਦੀ ਹਾਰ ਹੋਈ ਆ ਤੇ ਸੱਚ ਦੀ ਜਿੱਤ ਹੋਈ ਆ। ਜਿਵੇਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਵੀ ਕੂੜ ਨੇ ਖੁੱਟੇ ਨਾਨਕਾ, ਓੜਕ ਸੱਚ ਰਹੀ ਹੈ ਨਾ ਜੀ। ਇਹ ਮੋਹਰ ਲੱਗੀ ਹੋਈ ਆ ਤੇ ਇਵੇਂ ਹੁੰਦਾ ਵੀ ਆ। ਇਹ ਆਪਾਂ ਮੰਨੀਏ ਤੇ ਭਾਵੇਂ ਨਾ ਮੰਨੀਏ, ਪਰ ਇਹ ਮੰਨ ਕੇ ਚੱਲਣਾ ਪੈਣਾ ਸਾਨੂੰ। ਤੇ ਇਹਦੇ ਵਿੱਚੋਂ ਜੰਮੂ ਸਾਹਿਬ ਮੈਂ ਬਹੁਤਾ ਕੁਝ ਨਹੀਂ ਕਹਿਣਾ, ਹੋਰ ਕਾਲਰ ਵੀ ਆਉਣਗੇ ਅੱਜ ਤੇ ਮੁਬਾਰਕਾਂ ਵਧਾਈਆਂ ਦੇਣੀਆਂ ਨੇ। ਠੀਕ ਹੈ ਜੀ। ਤੇ ਗੱਲਾਂ ਕਰਨ ਵਾਸਤੇ ਤੁਹਾਨੂੰ ਪਤਾ ਸਾਡੇ ਕੋਲ ਵੀ ਬਹੁਤ ਖੁਸ਼ ਹੋ ਗਿਆ। ਹਾਂਜੀ ਹਾਂਜੀ ਬਿਲਕੁਲ ਜੀ। ਮੈਂ ਤੇ ਸਿਰਫ ਇਹ ਕਹਿਣ ਲੱਗਾ ਆ ਕਿ ਇਸ ਜਨ ਅੰਦੋਲਨ ਦੇ ਵਿੱਚੋਂ ਆਪਾਂ ਮਨੁੱਖਤਾ ਨੇ ਸਿੱਖਿਆ ਕੀ ਆ। ਇਹਦੇ ਵਿੱਚ 3 ਚੀਜ਼ਾਂ ਸਿੱਖਣ ਵਾਲੀਆਂ ਮੇਰੇ ਹਿਸਾਬ ਦੇ ਨਾਲ। ਉਹ ਇਹ ਕਿ ਪਹਿਲਾਂ ਆਪਣੇ ਗੁਰੂ ਤੇ ਪੂਰਾ ਭਰੋਸਾ ਰੱਖਣਾ, ਮਨ ਕਰਕੇ ਗੁਰੂ ਤੇ ਭਰੋਸਾ ਰੱਖਣਾ। ਨੰਬਰ 2, ਸੱਚ ਨਾ ਛੱਡੀਏ, ਸੱਚ ਨਾਲ ਜੁੜੇ ਰਹੀਏ। ਤੇ ਤੀਸਰਾ, ਏਕਤਾ ਬਣਾਈ ਰੱਖੀਏ, ਕਿਉਂਕਿ ਜੰਮੂ ਸਾਹਿਬ ਜਿਹੜੀ ਏਕਤਾ ਹੁੰਦੀ ਆ ਉਹਦੀ ਬਹੁਤ ਸ਼ਕਤੀ ਹੁੰਦੀ, ਬਹੁਤ ਤਾਕਤ ਹੁੰਦੀ ਆ। ਤਾਂ ਹੀ ਸਾਡਾ ਇਹ ਅਖਾਣ ਇਸੇ ਕਰਕੇ ਪੰਜਾਬੀ ਚ ਵੀ ਇਕੱਠ ਸਦਾ ਹੀ ਲੋਹੇ ਦੀ ਲੱਠ ਹੁੰਦੀ, ਉਸ ਲੱਠ ਦਾ ਲੋਕਾਂ ਨੂੰ ਡਰ ਹੁੰਦਾ। ਇਕੱਠ ਸਦਾ ਹੀ ਲੋਹੇ ਦੀ ਲੱਠ ਹੁੰਦੀ, ਉਸ ਲੱਠ ਦਾ ਲੋਕਾਂ ਨੂੰ ਡਰ ਹੁੰਦਾ। ਉਹ ਇਕੱਲੇ ਲਈ ਭੋਗਲ ਠੋਕਰਾਂ ਨੇ, ਇੱਕ ਹੋਇਆ ਹੀ ਮੋਰਚਾ ਸਰ ਹੁੰਦਾ। ਹਾਂਜੀ ਹਾਂਜੀ। ਤੇ ਜਿਹੜਾ ਸਾਡੇ ਸਾਹਮਣੇ ਅੱਜ ਕਿ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ। ਅੱਜ ਉਹ ਜਿਹੜੀ ਇਕੱਠ ਲੋਹੇ ਦੀ ਲੱਠ ਸੀ ਸਾਡੇ ਸਾਹਮਣੇ, ਉਹਦੀ ਕਿੰਨੀ ਸ਼ਕਤੀ ਆ ਸਾਡੇ ਸਾਹਮਣੇ ਆ ਚੁੱਕੀ ਆ। ਤੇ ਇਸ ਕਰਕੇ ਜੰਮੂ ਸਾਹਿਬ ਮੈਂ ਇੰਨਾ ਬਹੁਤਾ ਸਮਾਂ ਨਹੀਂ ਲੈਣਾ, ਇੰਨੀ ਇੱਕ ਹਾਜ਼ਰੀ ਲਾ ਲਿਓ। ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਸੀਂ ਹੋਰ ਗੱਲਾਂ 'ਚ ਨਾ ਜਾਈਏ, ਇੱਕ ਗੱਲ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਸੰਯੁਕਤ ਕਿਸਾਨ ਮੋਰਚੇ ਨੇ ਇੱਕ ਫੈਸਲਾ ਕੀਤਾ ਕਿ ਅੰਦੋਲਨ ਇਹ ਸਮਾਪਤ ਹੋ ਜਾਏਗਾ, ਸੰਯੁਕਤ ਮੋਰਚਾ ਬਣਿਆ ਰਹੇਗਾ। ਹਾਂਜੀ, ਜਿਹੜੀਆਂ ਭਵਿੱਖ ਦੇ ਵਿੱਚ ਕਿਸਾਨਾਂ ਨੂੰ ਪ੍ਰੋਬਲਮ ਆਉਣਗੀਆਂ, ਹੋਰ ਸੈਕਸ਼ਨਾਂ ਨੂੰ ਪ੍ਰੋਬਲਮ ਆਉਣਗੀਆਂ,
ਤੇ ਮੁੱਖ ਤੌਰ ਤੇ ਕਿਸਾਨਾਂ ਨੂੰ ਮਤਲਬ ਕੱਲ ਨੂੰ ਕਮੇਟੀ ਬਣਨੀ ਹੈ MSP ਤੇ ਨਹੀਂ ਸੈਟਲਮੈਂਟ ਬੈਠਦੀ, ਨਹੀਂ ਕੋਈ ਠੀਕ ਰਸਤਾ ਨਿਕਲਦਾ, ਉਹਦੇ ਤੇ ਫੇਰ ਕਿਸਾਨ ਅੰਦੋਲਨ ਕਰਨ ਆ ਜਾਣਗੇ। ਮਤਲਬ ਇੱਕ ਸੰਯੁਕਤ ਕਿਸਾਨ ਮੋਰਚਾ ਜਿਹੜਾ ਇਸ ਅੰਦੋਲਨ ਚ ਸਭ ਤੋਂ ਵੱਡੀ ਜਿਹੜੀ ਗੱਲ ਹੈ, ਠੀਕ ਹੈ ਬਾਕੀ ਸਾਰਾ ਕੁਝ ਤਾਂ ਮਨਵਾਇਆ ਗਿਆ, ਹਾਂਜੀ ਸੰਯੁਕਤ ਕਿਸਾਨ ਮੋਰਚਾ ਕਾਇਮ ਰਹੇਗਾ। ਉਹ ਕਦੇ ਵੀ ਕਿਸਾਨਾਂ ਦੇ ਮੋਰਚੇ ਤੇ ਇਕੱਠਾ ਹੋ ਸਕਦਾ। ਇਹ ਵੀ ਹੋ ਸਕਦਾ ਜਿੱਡੀ ਉਹਨੂੰ ਇਸ ਅੰਦੋਲਨ ਦੌਰਾਨ ਇਹ ਜਿਹੜੀ ਹਮਾਇਤ ਮਿਲੀ ਹੈ, ਲੋਕ ਉਹਦੇ ਚ ਸਰਗਰਮ ਹੋਏ। ਕਿਸਾਨੀ ਅਜੇ ਵੀ ਸਾਡਾ ਦੇਸ਼ ਕਿਸਾਨੀ ਪ੍ਰਧਾਨ ਹੈ ਤੇ ਇਹ ਹੋ ਸਕਦਾ ਕੱਲ ਨੂੰ ਸੰਯੁਕਤ ਕਿਸਾਨ ਪਾਰਟੀ ਵੀ ਹੋਣ ਚ ਆ ਸਕਦੀ ਹੈ। ਇਹ ਪੋਸੀਬਿਲਿਟੀ ਹੈ। ਸੰਗਤ ਲਾਈਵ ਦਾ ਸਵਾਗਤ ਹੈ, ਆਪਣਾ ਨਾਮ ਦੱਸੋ। ਹਾਂਜੀ, ਮੇਰਾ ਨਾਮ ਬਲਵੰਤ ਸਿੰਘ ਹੈ ਜੀ। ਹਾਂਜੀ ਬਲਵੰਤ ਸਿੰਘ ਜੀ। ਹਾਂਜੀ, ਮੈਂ ਜਦੋਂ ਇਹ ਅੰਦੋਲਨ ਆਪਣੇ ਰੱਦ ਹੋਏ ਨਾ 3 ਕਾਨੂੰਨ, ਮੈਂ ਇੰਡੀਆ ਵਿੱਚ ਹੀ ਸੀਗਾ। ਜੀ ਜੀ, ਮੇਰੀ ਆਵਾਜ਼ ਆਉਂਦੀ ਹੈ? ਜੀ ਬਿਲਕੁਲ ਜੀ, ਬਿਲਕੁਲ ਜ਼ੋਰ ਨਾਲ ਆ ਰਹੀ ਜੀ। ਠੀਕ ਹੈ ਜੀ। ਹਾਂਜੀ, ਇਹ ਜਿਹੜੀ ਗਵਰਨਮੈਂਟ ਆ, ਮੈਂ ਤਾਂ ਉੱਥੇ ਸਭ ਕੁਝ ਦੇਖ ਕੇ ਆਇਆ, ਉਹਨੇ ਸਾਰਾ ਜ਼ੋਰ ਲਾਇਆ ਹਾਂਜੀ ਵੀ ਇਹਦੇ ਵਿੱਚ ਖਾਲਿਸਤਾਨ ਦੇ ਨਾਅਰੇ ਲੱਗ ਜਾਣ। ਬਿਲਕੁਲ। ਇਹ ਸਿੱਖਾਂ ਫੇਰ ਉਹਨੇ ਕੋਸ਼ਿਸ਼ ਕੀਤੀ ਕਿ ਸਿੱਖਾਂ ਦਾ ਬਣ ਜਾਵੇ। ਹਾਂਜੀ ਜੀ। ਫੇਰ ਉਹਨੇ ਕੋਸ਼ਿਸ਼ ਕੀਤੀ ਵੀ ਇਕੱਲੇ ਪੰਜਾਬ ਦੇ ਬਣ ਜਾਵੇ। ਫੇਰ ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਪੰਜਾਬ ਤੇ ਹਰਿਆਣੇ ਦਾ ਰਹਿ ਜਾਵੇ। ਹਾਂਜੀ। ਜਦੋਂ ਇਹ ਸਾਰਾ ਦੇਸ਼ ਇਕੱਠਾ ਹੋ ਗਿਆ ਨਾ, ਆਪਣੇ ਦੇਸ਼ ਦੇ ਕਿਸਾਨ, ਇਹ ਸਭ ਤੋਂ ਵੱਡੀ ਜਿਹੜੀ ਯੋਗਤਾ ਆ, ਕਿਸਾਨ ਲੀਡਰਾਂ ਨੇ ਬੜੀ ਸਮਝਦਾਰੀ ਦੇ ਨਾਲ 550 ਜਥੇਬੰਦੀ ਜਿੰਨਾ ਚਿਰ ਇੱਕ ਫੈਸਲਾ ਨਹੀਂ ਸੀ ਕਰਦੀ, ਸਾਰੇ ਸਹਿਮਤ ਨਹੀਂ ਸੀ ਹੋ ਜਾਂਦੇ, ਉਹਨਾਂ ਚਿਰ ਮੋਰਚਾ ਅਗਲਾ ਕਦਮ ਨਹੀਂ ਸੀ ਚੱਕਦਾ ਜੀ। ਔਰ ਇਕੱਠੇ ਹੋ ਕੇ, ਕਿਉਂਕਿ ਮੋਰਚਾ ਯੂਨਾਈਟਿਡ ਹੋ ਕੇ ਚੱਲਿਆ। ਬਿਲਕੁਲ ਜੀ। ਸੰਸਾਰ ਦੀ ਆਪਣੇ ਸਾਰੀ ਇੰਡੀਆ ਦੀਆਂ ਜਥੇਬੰਦੀਆਂ ਇੱਕ ਸਲਾਹ ਦੇ ਨਾਲ ਚੱਲੀਆਂ ਜੀ। ਔਰ ਜਿਹੜੇ ਲੀਡਰਾਂ ਦੇ ਉੱਤੇ ਉਂਗਲਾਂ ਚੱਕਦੇ ਸੀ, ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਸੀ ਜੀ, ਉਹਨਾਂ ਨੂੰ ਸਭ ਕੁਝ ਅੱਜ ਪਤਾ ਲੱਗ ਗਿਆ। ਅੱਜ ਉਹ ਮੂੰਹ ਤੇ ਮੂੰਹ ਡਿੱਗ ਪਏ ਆ। ਔਰ 26 ਜਨਵਰੀ ਦੇ ਉੱਤੇ ਵੀ ਜੋ ਹਮਲਾ ਹੋਇਆ, ਉਸ ਤੋਂ ਬਾਅਦ ਵੀ ਜੋ ਤੁਹਾਨੂੰ ਸਾਰਾ ਪਤਾ ਹੈ। ਹੈਲੋ ਜੀ। ਹਾਂਜੀ ਹਾਂਜੀ, ਬਿਲਕੁਲ ਜੀ, ਬਿਲਕੁਲ। ਹਾਂਜੀ, ਤੇ ਇਸ ਕਰਕੇ ਇਹ ਸਾਰੀ ਜਿਹੜੀ ਜਿੱਤ ਆ, ਇਹ ਸਾਰੇ ਦੇਸ਼ ਦੇ ਕਿਸਾਨਾਂ ਦੀ ਆ, ਨਾ ਕਿ ਪੱਖੀ ਦੀ। ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਜੀ ਜੀ ਜੰਮੂ ਜੀ। ਤੇ ਇਹਨਾਂ ਗੱਲਾਂ ਦੇ ਵਿੱਚ ਇੱਕ ਹੋਰ ਜੋ ਚੀਜ਼ ਹੈ, ਜੋ ਮੁੱਦਾ ਬਣੀ ਹੋਈ ਹੈ, ਅਖਬਾਰਾਂ ਦੀ ਸੁਰਖੀਆਂ ਬਣੀ ਹੋਈ ਹੈ, ਇਹ ਕਿ ਜਦੋਂ ਪੰਜਾਬ ਹਰਿਆਣਾ ਦੇ ਜਿਹੜੇ ਕਿਸਾਨ ਨੇਤਾ ਨੇ, ਉਹਨਾਂ ਨੇ SKM ਦੀ ਮੀਟਿੰਗ ਵਿੱਚ ਸਰਕਾਰੀ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ, ਤਾਂ ਰਾਕੇਸ਼ ਟਕੈਤ ਕਹਿੰਦੇ ਇਕੱਲੇ ਪੈਂਦੇ ਦਿਖੇ ਤੇ ਉਹਨਾਂ ਨੂੰ ਝੁਕਣਾ ਪੈ ਗਿਆ। ਦੇਖੋ, ਇਹ ਨਹੀਂ ਝੁਕਣ ਦਾ ਮਾਮਲਾ ਨਹੀਂ, ਜਿਹੜੇ ਫੈਸਲੇ ਹੁੰਦੇ ਤੁਹਾਨੂੰ ਯਾਦ ਹੋਏਗਾ ਇੱਕ ਵਾਰੀ ਜਦੋਂ ਸਰਕਾਰ ਨਾਲ ਗੱਲਬਾਤ ਚੱਲ ਰਹੀ ਸੀਗੀ, ਹਾਂਜੀ, ਇੱਕ ਇੰਟਰਸਟਿੰਗ ਮੋੜ ਆਇਆ। ਸਰਕਾਰ ਕੁਝ ਉਹਦੇ ਮਸਲਿਆਂ ਦੇ ਉੱਪਰ ਹੱਲ ਕਰਨਾ ਚਾਹੁੰਦੀ ਸੀ, ਕੁਝ ਨੂੰ ਮਤਲਬ ਵਿੱਚ ਵਿਚਾਲੇ ਦਾ ਇੱਕ ਰਸਤਾ ਕੱਢਿਆ ਗਿਆ ਜੀ। ਉਦੋਂ ਇੱਕ ਵੋਟਿੰਗ ਹੋ ਗਈ। ਵੋਟਿੰਗ ਦੇ ਵਿੱਚ ਇਹ ਹੋਇਆ ਵੀ ਤਿੰਨੇ ਖੇਤੀ ਕਾਨੂੰਨ ਰੱਦ ਹੋਣ ਜਾਂ ਨਾ ਹੋਣ, ਜਾਂ ਸਰਕਾਰ ਜਿਹੜੀ ਆ ਉਹ ਅੱਧ ਤੱਕ ਆਉਂਦੀ ਸੀਗੀ, ਤੇ ਉਦੋਂ ਵੋਟਿੰਗ ਹੋਈ। ਵੋਟਿੰਗ ਦੇ ਵਿੱਚ ਹੋਇਆ ਮਤਲਬ 32 ਜਥੇਬੰਦੀਆਂ ਸੀਗੀਆਂ, 15-17 ਹੋ ਗਏ। ਇੱਕ ਹੋਰ ਕਾਲਰ ਨੇ। ਸੰਗਤ ਲਾਈਵ ਤੁਹਾਡਾ ਸਵਾਗਤ ਹੈ, ਆਪਣਾ ਨਾਮ ਦੱਸੋ। ਹੈਲੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੇਰਾ ਨਾਮ ਬਲਬੀਰ ਸਿੰਘ ਹੈ ਜੀ। ਜੀ ਬਲਬੀਰ ਸਿੰਘ ਜੀ। ਵੈਸੇ ਤਾਂ ਸਾਰਾ ਕੁਝ ਆ ਜਿਹੜਾ ਹੁਣ ਪਿਛਲੇ ਕਹਿ ਕੇ ਬਹੁਤ ਚਿਰ ਮੈਂ ਨਹੀਂ ਫੋਨ ਕੀਤਾ, ਕਿਉਂਕਿ ਆ ਜੋ ਵੀ ਹੋਇਆ ਬਹੁਤ ਸੋਹਣਾ ਹੋਇਆ। ਸਾਨੂੰ ਸਾਰਿਆਂ ਨੂੰ ਵਧਾਈਆਂ ਹੈ, ਸਾਰਿਆਂ ਨੂੰ। ਤੁਹਾਨੂੰ ਵੀ ਜੀ। ਤਾਂ ਜੋ ਤੁਹਾਨੂੰ ਵੀ, ਤਾਂ ਸਾਰਿਆਂ ਬਾਹਰ ਵੀ, ਤਾਂ ਬਾਹਰਲੇ ਦੇਸ਼ਾਂ ਤੇ ਵੀ ਇਹ ਬਹੁਤ ਸੋਹਣਾ ਮਤਲਬ ਜਿਹੜਾ ਸਾਰਿਆਂ ਨੇ ਰਲ ਕੇ ਕੀਤਾ, ਸਾਰੇ ਵਾਰਨ ਇਕੱਠੇ ਹੋ ਕੇ ਜਿਹੜਾ ਕੀਤਾ, ਬਹੁਤ ਹੀ ਸਾਰਿਆਂ ਨੂੰ ਇਸ ਦੀਆਂ ਵਧਾਈਆਂ। ਕਿ ਇਕੱਲਾ ਨਹੀਂ ਕਰ ਸਕਦਾ, ਕਈ ਕਹਿ ਦਿੰਦੇ ਆ ਉਹ ਵੀ ਸਾਤੋਂ ਬਿਨਾਂ ਨਹੀਂ ਹੋਣਾ। ਇਹ ਗੱਲ ਨਹੀਂ ਕਿਸੇ ਨੂੰ ਕਰਨੀ ਚਾਹੀਦੀ ਹੈ ਕਿ ਜਦੋਂ ਇੱਕ ਵੀ ਕੋਈ ਨਾ ਹੁੰਦਾ ਤਾਂ ਸਾਹਮਣੇ ਨਹੀਂ ਹੋਣਾ ਸੀਗਾ। ਸੋ ਸਾਰੇ ਜਿਹੜੇ ਬਾਹਰ ਵਿਦੇਸ਼ਾਂ 'ਚ ਆ, ਦੇਸ਼ਾਂ 'ਚ ਆ, ਜਿਹੜੇ ਇੱਥੇ ਗਏ ਉਹ ਵੀ, ਤਾਂ ਜਿਹੜੇ ਤੁਸੀਂ ਵੀ ਜਿਹੜੇ ਮੀਡੀਆ ਜੋ ਕੰਮ ਕੀਤਾ, ਸਾਰਿਆਂ ਨੂੰ ਮੈਨੂੰ ਬੜੀ ਖੁਸ਼ੀ ਆ। ਹਾਂਜੀ, ਸੋ ਇਸ ਕਰਕੇ ਇਸ ਤਰ੍ਹਾਂ ਜਿਹੜਾ ਰਲ ਕੇ ਸ਼ੇਅਰ ਇੱਕ ਵਿਅਕਤੀ ਦਾ ਸੀਗਾ, ਇਹਦੇ ਵਿੱਚ ਕੋਈ ਇਹ ਨਹੀਂ ਕਿ ਆਪਣੇ ਧਰਮ ਨੂੰ ਮੰਨਦਾ ਕਿ ਉਹਦਾ ਸ਼ੂਟ ਹੋਈ ਤਾਂ ਹੋਈ। ਸਾਰੇ ਜਿਹਦਾ ਕਿ ਪਿਛਲਾ ਵੀ ਕਹਿ ਕੇ ਗਿਆ, ਯੂਨਾਈਟਿਡ ਪਾਵਰ ਜਿਹੜੀ ਹੁੰਦੀ, ਇਕੱਠ ਦੀ ਪਾਵਰ ਹੁੰਦੀ ਆ, ਇਕੱਲੇ ਦੀ ਕੋਈ ਪਾਵਰ ਨਹੀਂ ਹੁੰਦੀ। ਹਾਂਜੀ, ਸਾਰੇ ਵੱਡੇ ਦੇ ਸਾਰੇ ਮਤਲਬ ਕੇ ਸਾਰਿਆਂ ਨੂੰ ਬਹੁਤ ਬਹੁਤ
ਇਹ ਹੁਣ ਇੱਕ ਹੋਰ ਗੱਲ ਹੈ ਲਾਸਟ ਵਨ ਜੀ ਇਸ ਦਾ ਮੈਂ ਕਈ ਵਾਰ ਸੋਚਿਆ, ਕਹਿਣ ਦੀ ਲੋੜ ਹੈ ਕਿ ਜੇ ਹੁਣ ਉੱਥੋਂ ਜਿੱਥੇ ਵਾਪਸ ਆਉਣਾ ਨਾ ਬੜੇ ਖਿਆਲ ਨਾਲ ਆਉਣ, ਬੜੇ ਪਿਆਰ ਨਾਲ ਆਉਣ, ਇਹ ਨਾ ਕਿ ਕਾਹਲੀ ਕਰਨ ਹੋਰ ਐਕਸੀਡੈਂਟ ਕਰਕੇ ਕੋਈ ਕਿਸੇ ਨੂੰ ਹੋਰ ਕੋਈ ਇਸ ਤਰ੍ਹਾਂ ਦੀ ਸਮਾਂ ਵਰਤ ਕੇ ਇਹਦਾ ਜ਼ਰੂਰ ਤੁਸੀਂ ਥੋੜਾ ਮੈਂਸ਼ਨ ਕਰਦੇ ਰਹੋ, ਕਿਉਂਕਿ ਜਿਹੜੇ ਵਾਪਸ ਆਉਣਾ ਸਾਰੇ ਪਿਆਰ ਨਾਲ ਆਉਣ, ਕਾਹਲੀ ਨਾ ਕਰਨਾ, ਕਿ ਕਈ ਵਾਰ ਐਕਸਾਈਟਮੈਂਟ ਹੋ ਜਾਂਦੀ ਹੈ ਨਾ ਜ਼ਿਆਦਾ, ਉਹਦੇ ਵਿੱਚ ਫਿਰ ਐਕਸੀਡੈਂਟ ਹੋਣ ਦੇ ਡਰ ਰਹਿੰਦੇ ਆ ਜੀ। ਸੋ ਇਸ ਦਾ ਬਹੁਤ ਜ਼ਰੂਰ ਖਿਆਲ ਰੱਖਣਾ। ਚਲੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੇ ਸਾਰਿਆਂ ਦਾ ਧੰਨਵਾਦ ਹੈ, ਸਾਡੇ ਸਾਰਿਆਂ ਨੂੰ ਬੜੀ ਖੁਸ਼ੀ ਹੋਈ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਦੇਖੋ ਜਿਹੜੀ ਇਹ ਸਾਡੇ ਕਾਨੂੰਨ ਨੇ ਗੱਲ ਕਹੀ ਆ, ਆਲਰੇਡੀ ਜਿਹੜੀ ਹੈ ਇਹ ਕਿਸਾਨ ਸੰਯੁਕਤ ਕਿਸਾਨ ਮੋਰਚੇ ਦੇ ਧਿਆਨ ਵਿੱਚ ਹੈ, ਉਹਨਾਂ ਕੋਈ ਕਾਹਲੀ ਨਹੀਂ ਕੀਤੀ, ਉਹਨਾਂ ਨੇ ਅੱਜ 12 ਵਜੇ ਮੀਟਿੰਗ ਕੀਤੀ ਹੈ। ਹਾਂਜੀ, ਮਾਰਚ ਕੱਲ ਨੂੰ ਸ਼ੁਰੂ ਕਰਨ ਦਾ ਫੈਸਲਾ ਕੀਤਾ, ਕੁਝ ਕੱਲ ਨੂੰ ਆਉਣਗੇ, ਕੁਝ ਪਰਸੋਂ ਨੂੰ ਆਉਣਗੇ। ਹਾਂਜੀ, ਮਤਲਬ ਜਿੰਨੇ ਉੱਥੇ ਲੋਕ ਬੈਠੇ ਨੇ ਉਹਨਾਂ ਲਈ ਸਾਧਨ ਵੀ ਤਾਂ ਆਉਣੇ ਆ, ਕੋਈ ਟਰੈਕਟਰ ਟਰਾਲੀਆਂ ਦਾ ਪ੍ਰਬੰਧ ਹੋਏਗਾ, ਕੋਈ ਹੋਰ ਹੋਏਗਾ, ਫਿਰ ਉੱਥੋਂ ਵਾਪਸ ਆਉਣਗੇ। ਜਿਹੜਾ ਸਮਾਨ ਇਕੱਠਾ ਕੀਤਾ ਉਹ ਵੀ ਉਹਨਾਂ ਨੇ ਲੋਕਾਂ ਨੂੰ ਦੇਣਾ, ਕੁਝ ਨਾਲ ਲਿਆਉਣਗੇ, ਕੁਝ ਦੇ ਆਉਣਗੇ। ਸਭ ਤੋਂ ਵੱਡੀ ਜਿਹੜੀ ਦਿੱਕਤ ਹੈ ਉੱਥੇ ਜਿਹੜੇ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੋਇਆ ਸੀ ਉਹਨਾਂ ਨੂੰ ਸਭ ਤੋਂ ਵੱਡੀ ਦਿੱਕਤ ਹੈ। ਜਿਹੜੇ ਉੱਥੇ ਵੱਡੀ ਗਿਣਤੀ ਬੱਚੇ ਆਉਂਦੇ ਸੀ ਉਹਨਾਂ ਨੂੰ ਦਿੱਕਤ ਹੋਏਗੀ। ਸੰਗਤ ਲਾਈਵ ਤੁਹਾਡਾ ਸਵਾਗਤ ਹੈ, ਆਪਣਾ ਨਾਮ ਦੱਸੋ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਇਹੀ ਕਹਿਣਾ ਕਿ ਜਿੱਦਾਂ ਉਹ ਹੁਣ ਤਾਂ ਕਹਿੰਦੇ ਵੀ ਕਿਸਾਨ ਲੀਡਰਾਂ ਨੂੰ ਅਮਿਤ ਸ਼ਾਹ ਨੇ ਫਾਈਲਾਂ ਕੱਢ ਲਈਆਂ ਉਹਨਾਂ ਦੀਆਂ, ਜਲਦੀ ਫਟਾਫਟ ਤਾਂ ਹੀ ਮੰਨ ਲਿਆ ਸਾਰਾ ਕੁਝ, ਕਿਉਂਕਿ ਅਜੇ ਨੌਕਰੀ ਦੀ MSP ਦੀ ਕੇਸ ਤਾਂ ਮੰਨਦਾ ਹੀ ਨਹੀਂ ਸੀ। ਜੰਮੂ ਜੀ ਦੱਸਣਗੇ ਵੀ ਕੀ ਕਿੱਦਾਂ ਹੋਇਆ ਇਹ ਜੀ। ਕਿਸਾਨ ਲੀਡਰਾਂ ਨੇ ਉਹਨਾਂ ਨੇ ਜੀ ਦੇਖੋ ਕਹਿੰਦੇ ਉਹਨਾਂ ਦੀਆਂ ਫਾਈਲਾਂ ਕੱਢ ਲਈਆਂ, ਇਹਨਾਂ ਜਲਦੀ ਫੈਸਲਾ ਕਰਾ ਲਿਆ। ਕਿਉਂਕਿ ਅੱਧੇ ਤਾਂ ਨਾਲੇ ਮੰਦੀਆਂ ਹੀ ਨਹੀਂ, ਮਜੇ ਕਹਿੰਦੇ ਜਿੱਦਾਂ ਉਹ MSP ਦੇ ਕੇਸ ਤੇ ਵੀ ਨਹੀਂ ਮੰਨਦਾ ਸੀ। ਹਾਂਜੀ, ਠੀਕ, ਸਾਡਾ ਕੋਈ ਡਰਾ ਡਰੂ ਕੇ ਕਿੱਦਾਂ ਨਹੀਂ ਅਸੀਂ ਦੱਸ ਦਿੰਦੇ ਹਾਂ ਜੀ ਤੁਹਾਨੂੰ ਹੋਇਆ ਕੀ ਹੈ। ਠੀਕ ਹੈ, ਦੱਸਦੇ ਹਾਂ ਜੀ ਕੀ ਹੋਇਆ ਕਿਵੇਂ। ਹਾਂਜੀ, ਕਹਿੰਦੇ ਸਾਰਾ ਕੁਝ, ਕਹਿੰਦੇ ਉਹ ਅੰਦਰੋਂ ਦੀ ਸਾਰਾ ਕੁਝ ਕਰਾ ਲਿਆ। ਨਹੀਂ, ਇਹ ਫਾਈਲਾਂ ਦਾ ਮਾਮਲਾ ਨਹੀਂ ਜੀ, ਅਸੀਂ ਤੁਹਾਨੂੰ 2 ਮਿੰਟ ਚ ਇਹਦੀ ਬਰੀਫ ਕਰ ਦਿੰਨੇ ਆ ਜਿਹੜਾ ਜਿੰਨਾ ਸਾਨੂੰ ਪਤਾ ਜੀ। ਨੰਬਰ 1 ਤਾਂ ਇਹ ਹੋਇਆ ਜੀ, ਹੁਣੇ ਬਾਈ ਇਲੈਕਸ਼ਨ ਹੋਈਆਂ ਸੀ, ਜਿਮਨੀ ਚੋਣਾਂ ਹੋਈਆਂ ਸੀਗੀਆਂ, ਉਹਨਾਂ ਦੇ ਵਿੱਚ ਇੱਕ ਅਸਾਮ ਨੂੰ ਛੱਡ ਕੇ ਬਾਕੀ ਥਾਵਾਂ ਤੇ BJP ਦਾ ਸਫਾਇਆ ਹੋ ਗਿਆ ਸੀਗਾ। ਦੂਜਾ ਯੂਪੀ ਦੇ ਵਿੱਚ ਜਿੱਥੇ 5 ਸੂਬਿਆਂ ਦੀਆਂ ਚੋਣਾਂ ਹੋਣੀਆਂ, 5 ਸੂਬਿਆਂ ਦੇ ਵਿੱਚ ਪੱਛਮੀ ਯੂਪੀ ਦੇ ਵਿੱਚ ਇਹਨਾਂ ਦਾ ਇੱਕ ਕੇਂਦਰੀ ਮੰਤਰੀ ਬਾਲਿਆਨ, ਉਹਦਾ ਵੜਨਾ ਉੱਥੇ ਸੰਭਵ ਨਹੀਂ ਰਹਿ ਗਿਆ। ਨਹੀਂ ਆਓ ਇਹ ਤਾਂ ਹੋ ਗਿਆ, ਪਰ ਉਹ ਰਿਕਵੈਸਟ ਗਿਆ ਤਾਂ ਮੰਨ ਲਿਆ ਕਿ MSP ਤੇ ਇਹਨਾਂ ਨੇ ਪੂਰਾ ਨਹੀਂ ਕੀਤਾ ਨਾ। ਨਹੀਂ ਤੁਸੀਂ ਦੇਖੋ ਹੋਇਆ ਕਿਵੇਂ। ਇਹਨਾਂ ਨੂੰ ਇਹ ਹੈ ਵੀ ਜੇ ਅਸੀਂ ਯੂਪੀ ਚੋਂ ਨਾ ਰਹੇ, ਯੂਪੀ ਚੋਂ ਉਖੜ ਗਏ ਤੇ 24 ਦੇ ਵਿੱਚ ਵਾਪਸ ਨਹੀਂ ਆ ਸਕਾਂਗੇ। ਇਹ ਤਾਂ ਬਾਤ ਹੈਗਾ ਹੀ ਹੈ। ਬਸ ਇਹ ਜਿਹੜੇ ਬੁਨਿਆਦੀ ਕਾਰਨ ਨੇ ਵੀ ਕਿਸਾਨਾਂ ਦਾ ਜਿਹੜਾ ਵਿਰੋਧ ਹੈ, ਕਿਸਾਨਾਂ ਨੇ ਇਸ ਅੰਦੋਲਨ ਚ ਇੱਕ ਨਾਰਾ ਦਿੱਤਾ ਸੀ, ਜੇ ਤੁਹਾਨੂੰ ਯਾਦ ਹੋਵੇ, ਵੋਟ ਦੀ ਚੋਟ। ਇਹ ਵੋਟ ਦੀ ਚੋਟ ਨੇ ਡਰਾਏ ਹੋਏ ਆ। ਕਿਸਾਨ ਵੀ ਤਾਂ ਹੀ ਬਿਠਾਏ ਸੀ, ਇਹਨਾਂ ਪੰਜਾਬ ਨੂੰ ਨੁਕਸਾਨ ਕੀਤਾ ਵੀ ਇਹਨਾਂ ਦੀ ਪੋਲਿਟਿਕਸ ਸੀ ਕੋਈ ਵਿੱਚ, ਜਿਹੜਾ ਇਹਨਾਂ ਰੋਡ ਤੇ ਬਿਠਾਏ ਇਹਨਾਂ ਚ। ਇਹ ਤਾਂ ਸਾਰਾ ਕੁਝ ਜਿਹੜਾ ਨਾ ਕਾਰਪੋਰੇਟ ਨੂੰ ਵੰਡਣ ਤੇ ਲੱਗੇ ਹੋਏ ਆ, ਜਿਨ੍ਹਾਂ ਦੇਸ਼ ਨੇ 60-70 ਸਾਲਾਂ ਚ ਬਣਾਇਆ, ਉਹ ਸਾਰਾ ਕੁਝ ਉਹਦਾ ਨਿੱਜੀਕਰਨ ਕੀਤਾ ਜਾ ਰਿਹਾ ਜੀ। ਉਹ ਵੀ ਹੈਗਾ, ਪਰ ਇਹ ਜਿਹੜਾ ਇੰਨੀ ਦੇਰ ਬਿਠਾਈ ਵੀ ਰੱਖੀ, ਇਹ ਚ ਵੀ ਇਹਨਾਂ ਦੀ ਪੋਲਿਟਿਕਸ ਸੀ ਕੋਈ, ਇਹਨਾਂ ਬਿਠਾਇਆ ਕਿ ਇਹ ਵੀ ਇਹਨਾਂ ਦਾ ਕੋਈ। ਇਹ ਤਾਂ ਦੇਖਦੇ ਸੀਗੇ ਵੀ ਕਿਸਾਨ ਕਦੋਂ ਤੱਕ ਲੜ ਸਕਦੇ, ਕਿੰਨੀ ਕਿ ਇਹਨਾਂ ਚ ਹੈਗੀ ਸ਼ਕਤੀ, ਕਿੰਨਾ ਕਿ ਏਕਤਾ, ਇਹ ਸਾਰਾ ਕੁਝ ਦੇਖਿਆ। ਜਿਵੇਂ ਪੰਜਾਬੀ ਚ ਆਪਾਂ ਸਾਰੇ ਜਾਣਦੇ ਵੀ ਮੱਛੀ ਜਿਹੜੀ ਹੈ ਨਾ ਪੱਥਰ ਚੱਟ ਕੇ ਮੁੜਦੀ ਹੈ, ਇਹ ਉੱਥੋਂ ਮੁੜੇ ਉਹ ਸਾਰਾ ਕੁਝ ਕੀਤਾ ਗਿਆ, ਹਮਲੇ ਕਰਾਏ ਗਏ, ਜੋ ਕੁਝ ਵੀ ਕੀਤਾ ਜਾ ਸਕਦਾ ਸੀ, ਜੋ ਲਕਬ ਵਰਤੇ ਜਾ ਸਕਦੇ ਸੀ, ਇਹਨੂੰ ਖਾਲਿਸਤਾਨੀ ਕਹਿਣ ਦਾ, ਮਾਓਇਸਟ ਕਹਿਣ ਦਾ, ਚੀਨ ਦੀ ਮਦਦ ਪ੍ਰਾਪਤ ਕਰਨ ਦਾ, ਪਾਕਿਸਤਾਨ ਦੀ ਦਾ, ਵਿਦੇਸ਼ਾਂ ਤੋਂ ਪੈਸਾ ਆਉਂਦਾ, ਖਾਲਿਸਤਾਨੀ ਕਹਿਣ ਦਾ ਕਿਹੜਾ ਮਤਲਬ ਲਕਬ ਇਸ ਕਿਸਾਨ ਅੰਦੋਲਨ ਨੂੰ ਵਰਤਿਆ ਨਹੀਂ। ਸਾਰਾ ਕੁਝ ਲੋਕਾਂ ਨੂੰ ਦਬਾਉਂਦੇ, ਆਪਣੇ ਲੀਡਰਾਂ ਨੂੰ ਕੁਝ ਨਹੀਂ ਕਹਿੰਦੇ, ਇਹ ਫਾਈਲਾਂ ਸਾਰੀਆਂ ਦੂਜਿਆਂ ਦੀਆਂ ਕੱਢ ਕੇ ਬਹਿ ਜਾਂਦੇ। ਇਹ ਵੀ ਕਿੰਨੀ ਹਾਂਜੀ ਹਾਂਜੀ, ਸੋ ਇਹ ਹਾਂਜੀ ਹਾਂਜੀ ਜੀ ਸਾਰਾ ਔਰ ਚੰਗਾ ਜੀ। ਇਹਦੇ ਵਿੱਚ ਇਹ ਸਾਰੀਆਂ ਧਿਰਾਂ ਨੇ ਜਿਹੜਾ ਨਾ ਐਕਸੈਪਟ BJP, ਇਹਦੇ ਵਿੱਚ ਬੀਬੀਆਂ ਇਹਦੇ ਹੋਣੀ ਚਾਹੀਦੀ ਹੈ ਕਿ ਇਹ ਫਾਈਲਾਂ ਸਿਰਫ
ਇਹ ਦੂਜੇ ਬੰਦਿਆਂ ਦੇ ਕਿਉਂ ਨਿਕਲਦੀਆਂ ਨੇ, ਆਪਣੀ ਲੀਡਰਾਂ ਦੀਆਂ ਕਿਉਂ ਨਹੀਂ ਨਿਕਲਦੀਆਂ ਫਾਈਲਾਂ ਜਿਹੜੀਆਂ ਈਡੀ ਨਹੀਂ ਉਹਦੇ ਚ ਫਾਈਲਾਂ ਜਿਹੜੀਆਂ ਨਾ ਇਹ ਵਿਰੋਧੀਆਂ ਦੀਆਂ ਨਿਕਲਦੀਆਂ, ਜਿਹੜਾ ਇਹਨਾਂ 'ਚ ਸ਼ਾਮਲ ਹੋ ਜਾਂਦਾ ਉਹ ਦੁੱਧ ਧੋਤਾ ਹੋ ਜਾਂਦਾ, ਜਿਹੜਾ ਬਾਹਰ ਹੈ ਉਹ ਬੇਈਮਾਨ ਹੈ। ਆਹ ਜਿਹੜੀ ਪੋਲਿਟਿਕਸ ਕਰਦੇ ਇਹ ਤਾਂ ਬਹੁਤ ਹੀ ਭੈੜੀ ਖੇਡ ਨੇ, ਲੋਕਾਂ ਤੋਂ ਬਾਅਦ ਕਿਸੇ ਨੇ ਨਾ ਵੀ ਕਰ ਦੇਣਾ ਕਿ ਉਹ ਤੁਹਾਡੇ ਬਾਤ ਨਾ ਉਠਾ ਸਕੇ। ਜੀ ਜੀ ਠੀਕ ਹੈ ਜੀ, ਭੈੜੀ ਚੀਜ਼ ਹੈ ਨਾ। ਹਾਂਜੀ ਬਿਲਕੁਲ, ਆਵਾਜ਼ ਨਾ ਉਠਾ ਸਕੇ ਕਿੰਨਾ ਬੇਬਸ ਕਰ ਦੇਣਾ ਕਿਸੇ ਨੂੰ। ਜੀ ਠੀਕ, ਤੁਸੀਂ ਆਪ ਧਿਆਨ ਨਾਲ ਚਲੋ ਸੋਨਾ ਹੈ, ਠੀਕ, ਸੱਚ ਦਾ ਸੱਚ ਨੂੰ ਸੱਚ, ਝੂਠ ਨੂੰ ਝੂਠ ਕਹਿੰਦੇ ਆ। ਠੀਕ ਹੈ ਜੀ, ਹਾਂਜੀ ਸ਼ੁਕਰੀਆ ਜੀ ਤੁਹਾਡਾ ਬਹੁਤ ਬਹੁਤ, ਤੁਹਾਡਾ ਕਾਲ ਕਰਨ ਲਈ। ਮੈਂ ਪਿੰਨੀਆਂ ਸਿੱਧੂ ਦਾ ਭਗਤ ਸਿੰਘ ਹੁਣ ਆ ਜਾਣ ਤੇ ਇਹ ਚੰਗੇ ਆ ਜਾਣ, ਬਸ ਰੀਤ ਦੇ ਇਹਨਾਂ ਦਾ ਕੁਝ ਬਣੇ ਚਲੋ ਜੀ, ਪੰਜਾਬ ਦਾ ਵੀ। ਚੰਗਾ ਜੀ, ਚੰਗਾ ਜੀ, ਸਤਿ ਸ਼੍ਰੀ ਅਕਾਲ ਜੀ। ਚੰਗਾ ਜੀ ਜੀ ਸਰ। ਸੋ ਅਸੀਂ ਕਹਿ ਰਹੇ ਸੀ ਵੀ ਆਹ ਜਿਹੜੇ ਕਾਰਨ ਤਾਂ ਅਸੀਂ ਦੱਸ ਹੀ ਦਿੱਤੇ ਨਾ ਇਹਨਾਂ ਕਰਕੇ, ਤੇ ਉਹ ਤੋਂ ਬਾਅਦ ਹੁਣ ਜਿਹੜਾ ਉਹਨਾਂ ਨੇ ਆਉਣ ਦਾ ਸਮਾਂ ਸੀਗਾ, ਜਿਹੜਾ ਸਾਡੇ ਪਿਛਲੇ ਕਾਲਰ ਸੀ ਵੀ ਉਹਨਾਂ ਨੂੰ ਧਿਆਨ ਨਾਲ ਆਉਣਾ ਚਾਹੀਦਾ, ਉਹਨਾਂ ਨੇ ਖੁੱਲਾ ਟਾਈਮ ਰੱਖਿਆ, ਇੱਕਦਮ ਨਹੀਂ ਵੀ ਆਹ ਗੱਲ ਹੋ ਗਈ ਤਾਂ ਉਹ ਤੋਂ ਬਾਅਦ ਭੱਜਣਾ। ਹਾਂਜੀ 19 ਤਰੀਕ ਦਾ ਐਲਾਨ ਪਹਿਲਾਂ ਪ੍ਰਧਾਨ ਮੰਤਰੀ ਨੇ ਕੀਤਾ, ਉਹਨਾਂ ਕਹਿੰਦਾ ਨਹੀਂ ਕੱਲ 19 ਦਾ ਨਹੀਂ, ਹਾਂਜੀ ਆਹ ਸਾਡੇ ਮਸਲੇ ਨੇ ਇਹ ਹੋਰ ਵੀ ਹੱਲ ਕਰੋ। ਸਾਰੇ ਮਸਲੇ ਹੱਲ ਕਰਨ ਦੇ ਸਮੇਂ ਵੀ ਉਹਨਾਂ ਨੇ ਅੱਖਰ ਅੱਖਰ ਉਹਨਾਂ ਦੇ ਡਰਾਫਟਾਂ ਦਾ ਪੜਿਆ, ਉਹਦੇ ਵਿੱਚ ਕੀ ਗਲਤ ਹੈ ਕੀ ਸਹੀ ਹੈ ਉਹਦੀ ਵੀ ਗੱਲ ਕੀਤੀ। ਹਾਂਜੀ ਤਾਂ ਹੁਣ ਜਿਹੜਾ ਬੜੇ ਆਰਾਮ ਨਾਲ ਜਿਹੜਾ ਉਹਨਾਂ ਫੈਸਲਾ ਕੀਤਾ, ਇਸ ਕਰਕੇ ਉਹਨਾਂ ਨੂੰ ਆਉਣ ਦੀ ਕਾਹਲ ਨਹੀਂ, ਸਾਰਾ ਉਹ ਆਰਾਮ ਨਾਲ ਹੀ ਉੱਥੋਂ ਆਉਣਗੇ। ਜਿਨ੍ਹਾਂ ਨੇ ਮਤਲਬ 1 ਸਾਲ 14 ਦਿਨ ਉੱਥੇ ਕੱਢੇ ਆ, ਉਹਨਾਂ ਨੂੰ 2 ਦਿਨ ਹੋਰ ਲਾਉਣ ਦੇ ਵਿੱਚ ਵੀ ਉੱਥੇ ਕੋਈ ਹੈ ਨਹੀਂਗਾ। ਜਿਹੜੀ ਤੁਸੀਂ ਕਹਿੰਦੇ ਆ ਟਕੈਤ ਹੋਣਾ ਨੂੰ, ਟਕੈਤ ਹੋਣੀ ਅੱਗੇ ਜਾ ਕੇ ਉੱਥੇ ਚੋਣਾਂ ਦੇ ਵਿੱਚ ਕੰਮ ਕਰਨਗੇ, ਕੀ ਉਹਨਾਂ ਨੇ ਕਹਿਣਾ ਉੱਥੇ ਦੇਖਣਗੇ। ਇਹ ਹੈਗਾ ਵੀ ਜਿਹੜਾ ਬੀਜੇਪੀ ਲਈ ਜਿਹੜੀ ਲਾਲ ਟੋਪੀ ਹੈ ਇੱਕ ਖਤਰਾ ਬਣ ਚੁੱਕੀ ਉੱਥੇ ਯੂਪੀ 'ਚ, ਤੇ ਤਾਂ ਹੀ ਪ੍ਰਧਾਨ ਮੰਤਰੀ ਨੇ ਪਰਸੋਂ ਦੀ ਰੈਲੀ ਜਿਹੜੀ ਹੋਈ ਉਹਦੇ ਕਿਹਾ ਵੀ ਲਾਲ ਟੋਪੀ ਆ ਰਹੀ ਹੈ, ਲਾਲ ਟੋਪੀ ਐਸੇ ਕਰ ਦੇਗੀ ਵੈਸੇ ਕਰ ਦੇਗੀ, ਬਰਬਾਦ ਕਰ ਦੇਗੀ। ਹਾਂ ਮਤਲਬ ਇਹ ਇੱਕ ਡਰ ਚੋਂ ਨਿਕਲੀਆਂ ਹੋਈਆਂ ਗੱਲਾਂ ਨੇ। ਇਹ ਜਿਉਂ ਇਕੱਠ ਉਹ ਦੂਜੇ ਪਾਸੇ ਹੋਣਾ ਸ਼ੁਰੂ ਹੋ ਗਿਆ ਉਹਦੇ ਚ। ਇੱਕ ਹੋਰ ਕਾਲਰ ਨੇ, ਸੰਗਤ ਲਾਈਵ ਤੁਹਾਡਾ ਸਵਾਗਤ ਹੈ, ਆਪਣਾ ਨਾਮ ਦੱਸੋ। ਹਾਂਜੀ ਜਗਦੀਸ਼ ਸਿੰਘ ਕੋਵੈਂਟਰੀ ਤੋਂ ਜੀ। ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਅੱਛਾ ਜੀ, ਜੋ ਪ੍ਰਾਪਤੀਆਂ ਹੋਈਆਂ ਬਹੁਤ ਕੌਮ ਨੂੰ, ਪੰਜਾਬੀ ਕੌਮ ਨੂੰ ਮੁਬਾਰਕ ਜੀ। ਸਾਰਾ ਪੰਜਾਬੀ ਕੌਮ ਦੀ ਦ੍ਰਿੜਤਾ ਤੇ ਬਹਾਦਰੀ ਦਾ ਸਿੱਟਾ ਹੈ, ਲੇਕਿਨ ਸਾਡਾ ਮੀਡੀਆ ਇੱਕ ਕੰਮ ਵਿੱਚ ਬਹੁਤ ਹੀ ਅਧੂਰਾ ਰਹਿ ਗਿਆ, ਬਹੁਤ ਹੀ ਕਮੀ ਵਿਖਾਈ ਹੈ, ਔਰ ਆਪ ਹੀ ਆਪ ਸਬੂਤ ਦੇ ਰਹੀ ਹੈ ਕਿ ਉਹ ਕਿ ਜਿੱਥੇ ਤੁਸੀਂ ਸਾਰਿਆਂ ਨੇ ਮੋਰਚੇ ਦੀ ਜਿਹੜੇ ਕਿਸਾਨ ਲੀਡਰਸ਼ਿਪ ਹੈ, ਕਿਸਾਨ ਯੂਨੀਅਨ ਹੈ, ਉਹਨਾਂ ਦੇ ਬੱਲੇ ਬੱਲੇ ਕਰਦੇ ਰਹੇ ਹੋ ਤੁਸੀਂ, ਕਿਸੇ ਨੇ ਵੀ, ਔਰ ਇਹ ਫੈਕਟ ਆ ਔਰ ਇਹ ਸਿੱਧਾ ਮੂੰਹ ਤੇ ਵੱਜਦੀ ਹੈ ਤੁਹਾਡੇ ਗੱਲ ਸਾਰੇ ਕਲੈਕਟਿਵਲੀ ਪੰਜਾਬੀ ਮੀਡੀਆ ਤੇ, ਤੁਸੀਂ ਕਿਸੇ ਵੀ ਕਿਸਾਨ ਯੂਨੀਅਨ ਦੀ ਕਮੀਆਂ ਤੇ ਕੋਈ ਡਿਬੇਟ ਨਹੀਂ ਕਰਾਈ, ਕੋਈ ਸਵਾਲ ਜਵਾਬ ਨਹੀਂ ਪੁੱਛਿਆ, ਕੋਈ ਪੁੱਛਗਿੱਛ ਨਹੀਂ ਕੀਤੀ, ਔਰ ਇਹ ਬੜਾ ਹੀ ਇੱਕ ਢੀਠਪੁਣਾ ਵੀ ਹੈ, ਔਰ ਇਹ ਬੜੀ ਮੀਡੀਆ ਤੋਂ ਤੁਹਾਡੀ ਬਹੁਤ ਭਾਰੀ ਕਮੀ ਵੀ ਹੈ ਕਿ ਉਹ ਡੈਮੋਕ੍ਰੈਟਿਕ ਸਕਰੂਟਨੀ ਜਿਹੜੀ ਹੋਣੀ ਚਾਹੀਦੀ ਸੀ ਤੁਸੀਂ ਬਿਲਕੁਲ ਨਹੀਂ ਕੀਤੀ, ਔਰ ਬੜੀ ਅਫਸੋਸ ਦੀ ਗੱਲ ਹੈ। ਔਰ ਮੈਂ ਸਵਾਲ ਆਖਰੀ ਪੁੱਛਦਾ, ਤੁਸੀਂ ਆਪਣੇ ਆਪ ਨੂੰ ਵੀ ਪੁੱਛ ਸਕਦੇ ਹੋ ਤੇ ਖੁੱਲ ਕੇ ਗਾਹਾਂ ਵੀ ਪੁੱਛ ਸਕਦੇ ਹੋ, ਜਿੱਥੇ 700 ਗ੍ਰਾਸ ਰੂਟ ਪੰਜਾਬੀ ਮਰਦ ਔਰਤ ਬੱਚਾ ਸ਼ਹੀਦ ਹੋਇਆ ਔਰ ਸਿਟੀਜ਼ਨ ਸ਼ਹੀਦ ਹੋਇਆ, ਮੈਂ ਸਵਾਲ ਪੁੱਛਦਾ, ਅੱਗੇ ਵੀ ਪੁੱਛ ਚੁੱਕਾ, ਇਹਦਾ ਜਵਾਬ ਕੋਈ ਕਿਸੇ ਨੇ ਨਹੀਂ ਦਿੱਤਾ ਕਿ ਕਿੰਨਾ ਕਿਸਾਨ 31 ਕਿਸਾਨ ਯੂਨੀਅਨ ਜਥੇਬੰਦੀਆਂ ਦੇ ਵਿੱਚੋਂ ਕਿੰਨੇ ਉਹਨਾਂ ਦੇ ਲੀਡਰ ਸ਼ਹੀਦ ਹੋਏ ਨੇ, ਇਹ ਦੱਸਣ। ਕੋਈ ਕਿਸਾਨ ਯੂਨੀਅਨ ਜਥੇਬੰਦੀ ਦੇ ਵਿੱਚੋਂ ਕੋਈ ਸ਼ਹੀਦ ਨਹੀਂ ਹੋਇਆ, ਪੰਜਾਬੀ ਲੋਕ ਸ਼ਹੀਦ ਹੋਏ ਆ, ਪੰਜਾਬੀ ਕੌਮ ਸ਼ਹੀਦ ਹੋਈ ਹੈ, ਕਿਸਾਨ ਯੂਨੀਅਨ ਦੇ ਵਿੱਚੋਂ ਇੱਕ ਵੀ ਲੀਡਰ ਸ਼ਹੀਦ ਨਹੀਂ ਹੋਇਆ। ਔਰ ਇਹ ਬੜੇ ਪਟਾਕੇ ਵਾਲਾ ਸਵਾਲ ਹੈ, ਫੰਡਾਮੈਂਟਲ ਸਵਾਲ ਹੈ, ਜਿਹੜਾ ਹਜੇ ਤੱਕ ਕੋਈ ਜਵਾਬ ਨਹੀਂ ਆਇਆ ਔਰ ਇਹ ਜਵਾਬ ਮੰਗਦਾ ਹੈ। ਠੀਕ ਹੈ, ਸਵਾਲ ਮੇਰੀ ਬੇਨਤੀ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਇਹਨਾਂ ਦਾ ਜਿਹੜਾ ਸਵਾਲ ਹੈ ਵੀ ਸਕਰੂਟਨੀ ਨਹੀਂ ਕੀਤੀ ਮੀਡੀਆ ਨੇ, ਯੂਨੀਅਨ ਦੀਆਂ ਕੀ ਕਮੀਆਂ ਨੇ। ਜਦੋਂ ਅੰਦੋਲਨ ਚੱਲ ਰਿਹਾ ਹੁੰਦਾ ਉਦੋਂ ਜਿਹੜੇ ਨੈਗੇਟਿਵ ਪੱਖ ਨਹੀਂ ਦਿਖਾਏ ਜਾਂਦੇ, ਨਾ ਹੀ ਸਾਡੀ ਇਹ
ਨੀਤੀ ਹੈ, ਨਾ ਹੀ ਅਸੀਂ ਦਿਖਾਉਣਾ ਚਾਹੁੰਦੇ ਹਾਂ। ਸਾਨੂੰ ਇਹ ਅੰਦੋਲਨ ਸਫਲ ਹੋਣਾ ਚਾਹੀਦਾ। ਹਾਂਜੀ, ਉਹਨਾਂ ਦੇ ਮਤਭੇਦ ਵੀ ਜਿਹੜੇ ਆਉਂਦੇ ਸੀਗੇ ਉਹਨਾਂ ਸਮਿਆਂ ਦੇ ਵਿੱਚ ਵੀ ਅਸੀਂ ਉਹਨਾਂ ਨੂੰ ਬਹੁਤ ਉੱਪਰ ਨਹੀਂ ਸੀ, ਕਿਉਂ ਇਹ ਸਾਡੇ ਸਾਹਮਣੇ ਆ, ਤੱਥ ਸਾਡੇ ਸਾਹਮਣੇ ਆ ਕਿ ਮੋਰਚੇ ਦੇ ਜਿਹੜੇ ਵੱਡੇ ਲੀਡਰ ਨੇ, ਸਿਖਰਲੇ ਲੀਡਰ ਨੇ, ਉਹਨਾਂ ਨੂੰ ਸਸਪੈਂਡ ਕੀਤਾ ਗਿਆ। ਕਿਉਂ ਸਸਪੈਂਡ ਕੀਤਾ ਗਿਆ? ਇਹ ਗੱਲਾਂ ਅਸੀਂ ਇੱਥੇ ਵਾਰ-ਵਾਰ ਕਰਦੇ ਰਹੇ। ਚੜੂਨੀ ਨੂੰ ਸਸਪੈਂਡ ਕੀਤਾ ਗਿਆ, ਰੁਲਦੂ ਸਿੰਘ ਮਾਨਸਾ ਨੂੰ ਸਸਪੈਂਡ ਕੀਤਾ ਗਿਆ, ਇੱਕ ਕ੍ਰਾਂਤੀਕਾਰੀ ਯੂਨੀਅਨ ਉਹਨਾਂ ਦੇ ਆਗੂਆਂ ਨੂੰ ਵੀ ਸਸਪੈਂਡ ਕੀਤਾ ਗਿਆ। ਇਹ ਕੀ ਚੀਜ਼ਾਂ ਨੇ? ਇਹ ਮੋਰਚੇ ਦੇ ਉੱਪਰ ਜਿਹੜੇ ਮਤਭੇਦ ਨੇ ਉਹਨਾਂ ਦੀਆਂ ਗੱਲਾਂ ਨੇ। ਹੁਣ ਤੁਸੀਂ ਸਵਾਲ ਕੀਤਾ ਵੀ ਰਕੇਸ਼ ਟਕੈਤ ਦਾ, ਇਹ ਕੀ ਗੱਲ? ਇਹ ਵੀ ਤਾਂ ਉਸੇ ਚੋਂ ਆਉਂਦਾ ਜੀ। ਹੁਣ ਮੋਰਚਾ ਡਿਫਰੈਂਟ ਜਥੇਬੰਦੀਆਂ ਨੇ, ਉਹਨਾਂ ਦਾ ਕੀ ਅਸੀਂ ਮਤਲਬ ਇਹ ਚਾਹੁੰਦੇ ਵੀ ਕੀ ਕਰੀਏ? ਦੂਜਾ ਕੱਲਾ ਪੰਜਾਬੀ ਕੌਮ, ਇਹਦੇ 'ਚ ਪੰਜਾਬੀ ਕੌਮ ਕੱਲੀ ਨਹੀਂ ਸੀਗੀ। ਇਹ ਠੀਕ ਹੈ, ਪੰਜਾਬੀ ਕੌਮ ਦਾ ਲੀਡਿੰਗ ਰੋਲ ਸੀਗਾ। ਜਿਹੜੇ ਸ਼ਹੀਦ ਹੋਏ, ਜਿਹੜਾ ਹੁਣ ਮਤਲਬ ਜੇ ਕੋਈ ਲੀਡਰ ਹੈ, ਮਤਲਬ ਪਾਣੀ ਦੀਆਂ ਵਿਛਾੜਾਂ ਵੱਜੀਆਂ। ਸੰਗਤ ਲਾਈਵ ਤੁਹਾਡਾ ਸਵਾਗਤ ਹੈ, ਆਪਣਾ ਨਾਮ ਦੱਸੋ ਜੀ। ਮੇਰਾ ਨਾਮ ਸੁਖਵਿੰਦਰ ਸਿੰਘ ਗਿੱਲ ਹੈ ਜੀ। ਜੀ ਗਿੱਲ ਸਾਹਿਬ, ਤੁਹਾਨੂੰ ਤੇ ਜੰਮੂ ਸਾਹਿਬ ਨੂੰ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗਿੱਲ ਸਾਹਿਬ ਕੀ ਹਾਲ ਚਾਲ ਹੈ, ਦੱਸੋ? ਬਹੁਤ ਵਧੀਆ ਜੀ। ਪਹਿਲੀ ਗੱਲ ਤਾਂ ਤੁਹਾਨੂੰ ਵਧਾਈ ਦਿੰਦੇ ਆ ਇਸ ਮੋਰਚੇ ਦੀ। ਇਹਦੀ ਵਧਾਈ ਤਾਂ ਸਾਰਿਆਂ ਨੂੰ ਆ ਜੀ, ਸਾਰੀ ਖਲਕਤ ਨੂੰ ਆ, ਦੇਸ਼ ਵਿਦੇਸ਼ ਦੇ ਸਾਰੇ ਲੋਕਾਂ ਨੂੰ, ਜਿਨ੍ਹਾਂ ਨੇ ਇਸ ਮੋਰਚੇ ਦੇ ਵਿੱਚ ਤੇਲ ਤੋਂ ਲੈ ਕੇ ਜਿੰਨਾ ਵੀ ਯੋਗਦਾਨ ਪਾਇਆ ਜੀ। ਗੁਰੂ ਸਾਹਿਬ ਨੇ ਬੜੀ ਕਿਰਪਾ ਕੀਤੀ ਹੈ ਜੀ, ਜਿਹੜਾ ਇੱਕ ਜੁਟਤਾ ਦਾ ਸਾਰਿਆਂ ਨੇ ਸਬੂਤ ਦਿੱਤਾ ਅਤੇ ਹਰ ਇੱਕ ਨੇ ਵੱਡਾ ਯੋਗਦਾਨ ਪਾ ਕੇ ਇਸ ਨੂੰ ਸਰ ਕੀਤਾ। ਇਹਦੇ ਵਿੱਚ ਕੋਈ ਵੀ ਸੂਬਾ ਵੱਧ ਘੱਟ ਨਹੀਂ। ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ, ਜਿਨ੍ਹਾਂ ਨੇ ਦਿਨ ਰਾਤ ਕੀਤੇ, ਜਿਨ੍ਹਾਂ ਨੇ ਸੜਕਾਂ ਤੇ ਬਹਿ ਕੇ ਠੰਡ ਤੇ ਧੁੱਪ ਦੇ ਵਿੱਚ ਆਪਣੇ ਤਨ ਸਾੜੇ, ਉਹਨਾਂ ਨੂੰ ਲੱਖ ਲੱਖ ਪ੍ਰਣਾਮ ਹੈ। ਬੜੀ ਖੁਸ਼ੀ ਹੁੰਦੀ ਹੈ ਜਦੋਂ ਅਸੀਂ ਇਹ ਗੱਲ ਕਹਿੰਦੇ ਹਾਂ। ਹੁਣ ਇੱਕ ਕਾਲਰ ਕਹਿ ਕੇ ਗਿਆ, ਕੁਰਬਾਨੀ ਕਦੇ ਸ਼ਹੀਦੀ ਜਿਹੜੀ ਆ ਉਹ ਕਿਸੇ ਕੋਲੋਂ ਮੰਗ ਕੇ ਨਹੀਂ ਲਈ ਜਾਂਦੀ। ਹਾਂਜੀ ਬਿਲਕੁਲ ਜੀ। ਸ਼ਹੀਦੀ ਜਿਹੜੀ ਹੁੰਦੀ ਆ ਉਹ ਪਰਮਾਤਮਾ ਦੇ ਲਿਖੇ ਹੁਕਮ ਅਨੁਸਾਰ ਹੁੰਦੀ ਹੈ। ਜਿਸ ਨੇ ਸੇਵਾ ਕਰਦੇ ਆ ਉਹਦੇ ਸੇਵਾ ਪ੍ਰਮਾਣ ਹੋ ਜਾਏ, ਉਹਦੇ ਤੇ ਮਾਲਕ ਕਰਦਾ। ਜਿੰਨੇ 700 ਸ਼ਹੀਦ ਹੋਏ ਆ ਉਹਦੇ ਵਿੱਚੋਂ ਇਕੱਲੇ ਪੰਜਾਬ ਦੇ ਨਹੀਂ ਹੋਏ, ਹਰਿਆਣੇ ਦੇ ਵੀ ਹੋਏ ਆ, ਯੂਪੀ ਦੇ ਵੀ ਆ, ਉੱਤਰਾਖੰਡ ਦੇ ਵੀ ਆ, ਸਾਰੇ ਹੋਏ ਆ। ਇਹਨਾਂ ਸਾਰਿਆਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਆ ਜੀ, ਅਤੇ ਕਾਮਨਾ ਕਰਦੇ ਆ ਕਿ ਇਸੇ ਤਰ੍ਹਾਂ ਇਕੱਠ ਕਰਕੇ ਆਪਣੇ ਜਿਹੜੇ ਮਸਲੇ ਆ ਉਹ ਸਿੱਧ ਹੋਣੇ ਚਾਹੀਦੇ ਆ ਜੀ। ਪਿਆਰ ਭਾਵਨਾ ਹੋਣੀ ਚਾਹੀਦੀ ਆ। ਮੋਦੀ ਸਾਹਿਬ ਦਾ ਵੀ ਸਤਿਕਾਰ ਕਰਦੇ ਆ, ਜਿਨ੍ਹਾਂ ਨੇ ਆਪਣੇ ਹੰਕਾਰ ਨੂੰ ਛੱਡ ਕੇ ਗੁਰੂ ਅੱਗੇ ਸੀਸ ਝੁਕਾਉਂਦੇ ਆ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦਿਨ ਤੇ ਆਪਣੀ ਭੁੱਲ ਬਖਸ਼ਾਈ ਅਤੇ ਅਨਾਉਂਸ ਕੀਤਾ ਕਿ ਮੈਂ ਕਿ ਜਿਹੜੇ ਕਾਨੂੰਨ ਆ ਵਾਪਸ ਲੈਣਾ। ਬੜੀ ਵੱਡੀ ਗੱਲ ਹੁੰਦੀ ਹੈ ਜਦੋਂ ਕੋਈ ਵੱਡਾ ਲੀਡਰ ਆਪਣੀ ਭੁੱਲ ਮੰਨਦਾ ਜੀ। ਇਹਦੇ ਵਿੱਚ ਜਿੱਤਾਂ ਦੀ ਗੱਲ ਕੋਈ ਨਹੀਂ, ਸਿਰਫ ਸਨਮਾਨ ਵਧਿਆ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਇਕੱਠਤਾ ਦਾ ਸਬੂਤ ਦਿੱਤਾ, ਜਿਨ੍ਹਾਂ ਨੇ ਮੋਰਚੇ ਲਾਏ। ਹਾਂਜੀ ਹਾਂਜੀ ਹਾਂਜੀ, ਇੱਕ ਜੋਧਾ ਦੇ ਵਿੱਚ ਪਿਆਰ ਦਾ ਸਬੂਤ ਦੇ ਕੇ ਆਪਣੀ ਕਾਮਯਾਬੀ ਹਾਸਲ ਕੀਤੀ ਹੈ ਜੀ। ਮੈਂ ਹਾਰਦਿਕ ਤੌਰ ਤੇ ਵਧਾਈ ਦਿੰਦਾ ਸਾਰਿਆਂ ਨੂੰ ਜੀ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਕਾਲ ਕਰਨ ਲਈ ਜੀ। ਵਾਹਿਗੁਰੂ ਜੀ। ਸੋ ਉਹਦੇ ਵਿੱਚ ਜਿਹੜੀ ਹੈ ਕੁਰਬਾਨੀ ਦੀ ਗੱਲ ਜਿਹੜੀ ਗਿੱਲ ਸਾਹਿਬ ਵੀ ਕਰ ਰਹੇ ਸੀਗੇ, ਅਸੀਂ ਕਰ ਰਹੇ ਸੀਗੇ, ਅਸੀਂ ਸਾਰੇ ਜਾਣਦੇ ਹਾਂ। ਮਤਲਬ ਮੈਂ ਉਹਨਾਂ ਮੋਰਚਿਆਂ ਦੇ ਵਿੱਚ 12 ਵਾਰੀ ਗਿਆ। 4 ਦਸੰਬਰ ਨੂੰ ਮੈਂ 12ਵੀਂ ਵਾਰੀ ਗਿਆ ਸੀਗਾ। ਅਸੀਂ ਕਰੀਬ ਤੋਂ ਲੀਡਰਸ਼ਿਪ ਨਾਲ ਗੱਲਾਂ ਕੀਤੀਆਂ, ਹੋਰਾਂ ਨਾਲ ਵੀ ਗੱਲਾਂ ਕੀਤੀਆਂ, ਆਮ ਸਧਾਰਨ ਕਿਸਾਨਾਂ ਨਾਲ ਵੀ ਕੀਤੀਆਂ, ਔਰਤਾਂ ਨਾਲ ਵੀ ਇੰਟਰਵਿਊ ਕੀਤੀਆਂ। ਇੱਥੇ ਸਾਰੇ ਪ੍ਰੋਗਰਾਮ ਜਿਹੜੇ ਅਸੀਂ ਕਰਦੇ ਰਹੇ।
ਸੋ ਅਸੀਂ ਕੋਈ ਪੱਖ ਜਿਹੜਾ ਇਸ ਅੰਦੋਲਨ ਦਾ ਅਧੂਰਾ ਨਹੀਂ ਛੱਡਿਆ। ਅਸੀਂ ਆਪਣੇ ਵੱਲੋਂ ਕੋਸ਼ਿਸ਼ ਕੀਤੀ ਕਿ ਸਾਰੇ ਪੱਖ ਜਿਹੜੇ ਕਵਰ ਹੋ ਜਾਣ। ਜੇ ਫਿਰ ਵੀ ਕੋਈ ਰਹਿ ਗਿਆ ਹੋਵੇ ਤਾਂ ਅਸੀਂ ਆਪਣੇ ਆਪ ਨੂੰ ਸੰਪੂਰਨ ਨਹੀਂ ਮੰਨਦੇ ਵੀ ਸਾਨੂੰ ਹੀ ਸਾਰਾ ਕੁਝ ਗਿਆਨ ਆ, ਸਾਡੇ ਕੋਲ ਵੀ ਭੁੱਲਾਂ ਹੁੰਦੀਆਂ। ਮਤਲਬ ਅਸੀਂ ਕੋਸ਼ਿਸ਼ ਕੀਤੀ ਹੈ ਕਿ ਮੈਕਸਿਮਮ ਜਿਹੜੀ ਗੱਲਬਾਤ ਆ ਉਸ ਅੰਦੋਲਨ ਦੀ ਅਸੀਂ ਆਪਣੇ ਦਰਸ਼ਕਾਂ ਨਾਲ ਸਾਂਝੀ ਕਰੀਏ। ਉਹਨਾਂ ਨੂੰ ਲੱਗੇ ਕਿ ਇਹ ਪ੍ਰੋਗਰਾਮ ਦੇ ਵਿੱਚ ਕੋਈ ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ। ਅਸੀਂ ਸਾਰਾ ਕੁਝ ਕੋਸ਼ਿਸ਼ ਕੀਤੀ ਹੈ, ਫਿਰ ਵੀ ਕਈ ਗੱਲਾਂ ਰਹਿ ਗਈਆਂ ਹੋਣਗੀਆਂ। ਮਤਲਬ ਇਹਦੇ ਵਿੱਚ ਇਸ ਅੰਦੋਲਨ ਨੂੰ ਇੱਕ ਪੱਖ ਕਲਾਕਾਰਾਂ ਦਾ, ਕਿੰਨੇ ਕਲਾਕਾਰ ਇਹਦੇ ਚ ਗਏ, ਮਤਲਬ ਉਹਨਾਂ ਨੇ ਕਿੰਨੇ ਗੀਤ ਇਸ ਅੰਦੋਲਨ ਲਈ ਲਿਖੇ, ਮਤਲਬ ਉਹਨਾਂ ਦਾ ਇੱਕ ਆਪਣਾ ਯੋਗਦਾਨ ਸੀਗਾ। ਇੱਥੇ ਚੰਡੀਗੜ੍ਹ ਦੇ ਵਿੱਚ ਘੱਟੋ ਘੱਟ 4 ਵਾਰੀ 5 ਵਾਰੀ ਬੁੱਧੀਜੀਵੀਆਂ ਨੇ ਇੱਥੇ 17 ਸੈਕਟਰ ਬੈਠ ਕੇ ਅੰਦੋਲਨ ਦੀ ਹਮਾਇਤ ਕੀਤੀ। ਅਸੀਂ ਇਸ ਗੱਲ ਨੂੰ ਵੀ ਅੱਖੋਂ ਪਰੋਖਾ ਨਹੀਂ ਕਰ ਸਕਦੇ। ਚੰਡੀਗੜ੍ਹ ਦੇ ਚੌਂਕਾਂ ਦੇ ਉੱਪਰ, ਮੋਹਾਲੀ ਦੇ ਚੌਂਕਾਂ ਦੇ ਉੱਪਰ ਰੋਜ਼ ਜਿਹੜੇ ਆ ਧਰਨੇ ਲੱਗਦੇ ਸੀ, ਲੋਕ ਜਿਹੜੇ ਸ਼ਾਮ ਨੂੰ 5 ਵਜੇ ਆ ਜਾਂਦੇ ਸੀਗੇ, ਜਦੋਂ ਕਿ ਇੱਥੇ ਚੰਡੀਗੜ੍ਹ ਦੇ ਵਿੱਚ ਕਿਸੇ ਕੋਲ ਵੀ ਜ਼ਮੀਨ ਨਹੀਂ ਹੈਗੀ ਤੇ ਇਹਨਾਂ ਨੂੰ ਕੋਈ ਸ਼ੌਕ ਥੋੜੀ ਚੜਿਆ ਹੋਇਆ। ਮਤਲਬ ਇਹ ਲੋਕ ਉਹਨਾਂ ਦੀ ਹਮਾਇਤ ਚ ਆਏ, ਬਿਲਕੁਲ ਵੱਡੀ ਗਿਣਤੀ ਚ ਹਮਾਇਤ ਚ ਆਏ। ਮਤਲਬ ਲੋਕਾਂ ਨੇ ਹਰ ਤਰ੍ਹਾਂ ਨਾਲ ਮਦਦ ਕੀਤੀ, ਪੈਸੇ ਦੇ ਪੱਖੋਂ ਮਦਦ ਕੀਤੀ, ਲੰਗਰ ਦੇ ਪੱਖੋਂ ਮਦਦ ਕੀਤੀ। ਸਾਡੇ ਜਿਹੜੇ ਗੁਰਦੁਆਰੇ ਆ ਇੱਥੋਂ ਚੰਡੀਗੜ੍ਹ ਤੋਂ ਵੀ ਲੰਗਰ ਜਾਂਦਾ ਰਿਹਾ। ਮਤਲਬ ਏਡੀ ਵਿਆਪਕ ਜਿਹੜੀ ਮਦਦ ਇਸ ਅੰਦੋਲਨ ਦੀ ਹੋਈ, ਉਹਨਾਂ ਨੂੰ ਉਹਦੇ ਤੋਂ ਕਿਨਾਰਾ ਨਹੀਂ ਕੀਤਾ ਜਾ ਸਕਦਾ। ਸਾਰਿਆਂ ਦਾ ਯੋਗਦਾਨ ਆ ਤੇ ਇਸ ਕਰਕੇ ਹੀ ਜਿਹੜਾ ਕਿਸਾਨ ਅੰਦੋਲਨ ਆ ਉਹਦੇ ਆਗੂ ਇਸ ਗੱਲ ਲਈ ਲੋਕਾਂ ਦੇ ਰਿਣੀ ਨੇ, ਜਿਨ੍ਹਾਂ ਨੇ ਇਸ ਅੰਦੋਲਨ 'ਚ ਹਮਾਇਤ ਕੀਤੀ, ਡਟ ਕੇ ਹੁੰਗਾਰਾ ਭਰਿਆ। ਉਹਨਾਂ ਸਾਰਿਆਂ ਦੀ ਉਹ ਕਰਦੇ ਗੱਲ। ਉਹਨਾਂ ਮੇਰੀ ਸਵੇਰੇ ਵੀ ਗੱਲ ਹੋਈ, ਕੁਲਵੰਤ ਸਿੰਘ ਸੰਧੂ ਨਾਲ ਗੱਲ ਹੋਈ ਸੀ। ਉਹਨੇ ਕਿਹਾ ਜੀ ਇਹ ਜਨ ਜਨ ਦਾ ਅੰਦੋਲਨ ਸੀ, ਅਸੀਂ ਇਹਦੀ ਸਫਲਤਾ ਤੇ ਪੂਰੇ ਦੇਸ਼ ਦੇ ਲੋਕਾਂ ਨੂੰ ਮੁਬਾਰਕਬਾਦ ਦਿੰਦੇ ਜੀ। ਤੇ ਅੱਜ ਅਸੀਂ ਇਹਦੇ ਤੋਂ ਉਹ ਜਿਹੜਾ ਸਮਾਪਤੀ ਹੋ ਜਾਏਗੀ, ਫਤਿਹ ਮਾਰਚ ਕਰਾਂਗੇ ਤਾਂ ਉਹ ਤੋਂ ਆ ਜਾਾਂਗੇ। ਸੋ ਇਸ ਅੰਦੋਲਨ ਦੇ ਵਿੱਚ ਜਿੰਨੇ ਵੀ ਸਾਥ ਦਿੱਤਾ ਉਹਨਾਂ ਨੂੰ ਮੁਬਾਰਕਬਾਦ ਹੈ ਜੀ। ਬਿਲਕੁਲ। ਤੇ ਅਗਲਾ ਮੁੱਦਾ ਛੇਤੀ ਤੋਂ ਚੱਕ ਲੈਣੇ ਕਿ ਸੁਖਬੀਰ ਸਿੰਘ ਬਾਦਲ ਜੋ ਸ਼੍ਰੋਮਣੀ ਅਕਾਲੀ ਦਲ ਦੇ, ਉਹਨਾਂ ਨੇ ਇੱਕ ਕਾਲਰ ਸੰਗਤ ਲਾਈਵ ਤੁਹਾਡਾ ਸਵਾਗਤ, ਆਪਣਾ ਨਾਮ ਦੱਸੋ। ਸਾਧੂ ਰਾਮ ਬੋਲ ਰਿਹਾ ਜੀ ਮੈਂ ਜੀ। ਸਤਿ ਸ਼੍ਰੀ ਅਕਾਲ ਜੀ। ਡੇ 1 ਤੋਂ ਜਿਹੜਾ ਨਾਰਾ ਸੀ ਕਿਸਾਨ ਮਜ਼ਦੂਰ ਏਕਤਾ ਦਾ ਨਾਰਾ ਸੀ, ਹਾਂਜੀ ਹਾਂਜੀ, ਇਹ ਜਿੱਤ ਲਈ ਪਹਿਲਾਂ ਤਾਂ ਤੁਹਾਨੂੰ ਵਧਾਈ ਦਿੰਨਾ, ਤੁਹਾਡੇ ਦਰਸ਼ਕਾਂ ਨੂੰ ਵਧਾਈ ਦਿੰਨਾ ਤੁਹਾਨੂੰ ਵੀ ਜੀ। ਨਾਲ ਨਾਲ ਮੈਂ ਇਸ ਗੱਲ ਲਈ ਬਹੁਤ ਬਹੁਤ ਅਫਸੋਸ ਜ਼ਾਹਰ ਕਰ ਰਿਹਾ ਕਿ ਅੱਜ ਔਰ ਨਾ ਮੋਦੀ ਨੇ ਨਾ ਕਿਸਾਨ ਆਗੂਆਂ ਨੇ ਮਜ਼ਦੂਰਾਂ ਦੇ ਇੰਟਰਸਟ ਨੂੰ ਬਿਲਕੁਲ ਅੱਖੋਂ ਓਲੇ ਕੀਤਾ। ਉਹ ਜੋ ਕੁਝ ਪੜ੍ਹ ਕੇ ਸੁਣਾਇਆ ਗਿਆ, ਜੋ ਕੁਝ ਕੰਡੀਸ਼ਨਾਂ ਦੱਸੀਆਂ ਗਈਆਂ, ਜੋ ਕੁਝ ਪੱਤਰ ਦੇ ਵਿੱਚ ਲਿਖਿਆ ਦੱਸਿਆ ਗਿਆ, ਉਹਦੇ ਵਿੱਚ ਮਜ਼ਦੂਰਾਂ ਦਾ ਨਾਂ ਤੱਕ ਨਹੀਂ ਲਿਆ ਗਿਆ। ਔਰ ਅੱਜ ਤੱਕ ਮਜ਼ਦੂਰਾਂ ਬਾਰੇ ਕੋਈ ਗੱਲ ਨਹੀਂ ਕੀਤੀ ਜਾਂਦੀ, ਜਦੋਂ ਕਿ ਇਸ ਲੈਜਿਸਲੇਸ਼ਨ ਦਾ ਇੱਕ ਹਿੱਸਾ ਸੀਗਾ। ਮਜ਼ਦੂਰਾਂ ਦੇ ਜਿਹੜਾ ਟਾਈਮ ਸੀਗਾ 12 ਘੰਟੇ ਦੀ ਉਹਨਾਂ ਦੀ ਦਿਹਾੜੀ ਕਰ ਦਿੱਤੀ ਸੀ, ਕਿ ਸਿਰਫ ਮਜ਼ਦੂਰਾਂ ਨੂੰ ਯੂਜ਼ ਕਰਨ ਲਈ ਨਾਲ ਖਿੱਚਿਆ ਸੀ। ਉਹਨਾਂ ਵੀ ਨਾਲ ਮੋਢਾ ਜੋੜ ਕੇ ਸਾਥ ਦਿੱਤਾ। ਕਿ ਇਸ ਗੱਲ ਨੂੰ ਤੁਸੀਂ ਐਕਸਪਲੇਨ ਕਰ ਸਕਦੇ ਜਾਂ ਇਹ ਖੁਦਗਰਜ਼ੀ ਸਮਝ ਕੇ ਅਸੀਂ ਕਵਰ ਕਰ ਲਈਏ? ਅਸੀਂ ਇਹਦੇ ਬਾਰੇ ਤੁਹਾਨੂੰ ਦੱਸ ਦਿੰਦੇ ਹਾਂ ਜੀ। ਕੇਂਦਰ ਸਰਕਾਰ ਨੇ ਜਿਹੜੇ 4 ਲੇਬਰ ਕੋਡ ਨੇ ਉਹਨਾਂ ਦੇ ਉੱਪਰ ਵੀ ਅਮਲ ਜਿਹੜਾ ਪਿਛਲੇ ਦਿਨੀ ਰੋਕ ਦਿੱਤਾ ਹੈ। ਇਹ ਜਿਹੜਾ ਇਹ ਦੋਨਾਂ ਦਾ ਮਿਲ ਕੇ ਜਿਹੜਾ ਇਹ ਕੰਮ ਹੋਇਆ, ਕਿਉਂਕਿ ਇਹ ਕਿਸਾਨ ਅੰਦੋਲਨ ਆ, ਇਹਦੇ ਵਿੱਚ ਜਿੰਨੀਆਂ ਟ੍ਰੇਡ ਯੂਨੀਅਨ ਸੀ, ਸੈਂਟਰਲ ਟ੍ਰੇਡ ਯੂਨੀਅਨ, ਉਹਨਾਂ ਨੇ ਹਮਾਇਤ ਕੀਤੀ ਸੀ। ਉਹ ਅਨੇਕਾਂ ਵਾਰੀ ਉੱਥੇ ਹੈ ਜਿਹੜਾ ਅਮਲ ਰੁਕਿਆ 4 ਕੋਡ ਦੇ ਉੱਪਰ, ਉਹ ਇੱਕ ਮੈਂ ਸਮਝਦਾ ਵੀ ਅੰਸ਼ਕ ਤੌਰ ਤੇ ਉਹਨਾਂ ਦੀ ਵੀ ਇੱਕ ਪ੍ਰਾਪਤੀ ਹੈਗੀ ਆ। ਹੁਣ ਟ੍ਰੇਡ ਯੂਨੀਅਨ ਨੇ ਅੱਗੇ ਦੇਖਣਾ ਉਹਨਾਂ ਨੇ ਕਿਵੇਂ ਕੰਮ ਚਲਾਉਣਾ ਹੈ, ਪਰ ਕਿਸਾਨ ਉਹਨਾਂ ਦੀ ਹਮਾਇਤ ਤੇ ਆਉਣਗੇ। ਇਹ ਅਸੀਂ ਆਪਣੇ ਤਜਰਬੇ ਤੋਂ ਜਿਹੜਾ ਕਹਿ ਸਕਦੇ ਹਾਂ, ਕਿਉਂਕਿ ਇਹ ਪਿਓਰਲੀ ਕਿਸਾਨੀ ਦਾ ਮਾਮਲਾ ਸੀ। ਈਦ ਪਿੱਛੋਂ ਤੰਬਾ ਫੂਕਣ ਵਾਲੀ ਗੱਲ ਨਹੀਂ ਕਰ ਰਹੇ ਤੁਸੀਂ। ਕੋਈ ਗੱਲ ਨਹੀਂ, ਅਸੀਂ ਕਹਾਂਗੇ ਉਹਨਾਂ ਨੂੰ ਸਿਰਫ ਯੂਜ਼ ਕਰਕੇ, ਅਬਿਊਜ਼ ਕਰਕੇ ਤੁਸੀਂ ਆਪਣਾ ਉੱਲੂ ਸਿੱਧਾ ਕਰ ਲਿਆ। ਉਹਨਾਂ ਨਾਲ ਤੁਹਾਡੇ ਮੋਢੇ ਨਾਲ ਮੋਢਾ ਜੋੜ ਕੇ ਡੇ 1 ਤੋਂ ਅੱਜ ਤੱਕ ਉਹਨਾਂ ਨੇ ਨਾਲ ਸਾਥ ਦਿੱਤਾ। ਪ੍ਰੋਗਰਾਮ ਦਾ ਸਮਾਂ ਹਮੇਸ਼ਾ ਸਾਥ ਦਿੰਦੇ ਰਹੇ ਆ ਜੀ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਲਈ ਜੀ। ਧੰਨਵਾਦ ਜੀ।
ਜੀ ਤੇ ਅਸੀਂ ਇਸ ਮੁੱਦੇ ਨੂੰ ਕੱਲ ਦੁਬਾਰਾ ਚੱਕਾਂਗੇ। ਫਿਲਹਾਲ ਜੋ ਪ੍ਰੋਗਰਾਮ ਦਾ ਸਮਾਂ ਸਮਾਪਤ ਹੋ ਚੁੱਕਾ। ਜੰਮੂ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਪ੍ਰੋਗਰਾਮ ਵਿੱਚ ਆਏ, ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ, ਤੇ ਸਾਰੇ ਕਾਲਰਸ ਦਾ ਵੀ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਵਿੱਚ ਸਾਡੇ ਨਾਲ ਜੁੜਨ ਲਈ। ਸਤਿ ਸ਼੍ਰੀ ਅਕਾਲ।